एक ने मैं पूछा होगा जो उत्थे विमोचन होना है, मैं क्या विमोचन की आड़ी भुंड चकाई है, मुख विखाई है, रूह नमाई है, इन विमोचन वारसां दियां बोलियां ने, ਇਹਦੇ ਤੋਂ ਸ਼ਰਮਾਉਂਦੇ ਹੋ ਓਏ, ਆਪਣੀ ਮਾਂ ਲਕਾਉਂਦੇ ਫਿਰਦੇ ਹੋ, ਉਹ ਤੁਹਾਡੀ ਮਾਂ ਦੀਆਂ ਲੀਰਾਂ ਲੱਸੀਆਂ ਨੇ ਜਿਹੜੀਆਂ ਤੁਸੀਂ ਲਕਾਉਂਦੇ ਫਿਰਦੇ ਹੋ। ਓਏ ਸਾਡੇ ਤੇ ਮਿਹਣਾ ਹੈ, ਇਹ ਤਨ ਹੈ, ਅਸੀਂ ਕੋਈ ਐਪ ਕਰ ਰਹੇ ਹਾਂ ਆਪਣੀ ਮਾਂ ਦੀ ਬੋਲੀ ਬੋਲ ਕੇ। शिव कुमार तू किन्ना ली टक्करां मारदा रहा, ये हीरे तू किन्ना नू घड़ घड़ देंदा रहा, उन्हां नूं ते पता ही नहीं कि ये मणके ने मझ दे गल पाउण वाले के हीरे ने, इन्हां नूं ते पता ही नहीं किन्ना नू दे गया सब कुछ। वो लिखदा बोड़े लोटे, ठिब्बी जुत्ती, काने कौडे, ये की ने ते PhD तो उत्ते पंजाबी ते ना PhD उत्ते तालीम नहीं ना कोई, ਤੇ ਜੇ PhD ਨੂੰ ਤੇ ਮਾਸਟਰ ਕੀਤੇ ਨੂੰ ਇਹ ਨਹੀਂ ਆਉਂਦਾ ਤੇ ਫਿਰ ਸ਼ਿਵ ਕੁਮਾਰ ਵਿਚਾਰੇ ਤੇ ਐਵੇਂ ਰੋਣੇ ਹੀ ਰੋਂਦਾ ਰਿਹਾ ਨਾ। ਅੱਜ ਜਿਸ ਸ਼ਖਸੀਅਤ ਦੇ ਨਾਲ ਮੁਲਾਕਾਤ ਕਰਾਉਣ ਜਾ ਰਹੇ ਹਾਂ, ਉਹਨਾਂ ਨੇ ਪੰਜਾਬੀ ਨੂੰ ਪੂਰੀ ਦੁਨੀਆ ਦੇ ਵਿੱਚ ਮੁੜ ਸੁਰਜੀਤ ਕਰਨ ਦਾ ਬੀੜਾ ਚੁੱਕਿਆ ਹੈ। ਜੇ ਸਾਡੇ ਇੱਧਰ ਪੰਜਾਬ ਦੇ ਕਵੀਆਂ ਨੇ, ਕਹਾਣੀਕਾਰਾਂ ਨੇ ਪੰਜਾਬੀ ਮਾਂ ਬੋਲੀ ਵਾਸਤੇ ਕੰਮ ਕੀਤਾ, ਤਾਂ ਪਾਕਿਸਤਾਨ 'ਚ ਵਸਦੇ, ਪਾਕਿਸਤਾਨ 'ਚ ਪੜਨ ਵਾਲੇ ਜਿਹੜੇ ਪੰਜਾਬੀ ਨੇ, ਉਹਨਾਂ ਨੇ ਵੀ ਪੰਜਾਬੀ ਮਾਂ ਬੋਲੀ ਵਾਸਤੇ ਬਹੁਤ ਕੁਝ ਕੀਤਾ ਹੈ। ਅਮੀਨ ਮਲਿਕ ਸਾਹਿਬ ਨਾਲ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ ਜੀ। ਸਭ ਤੋਂ ਪਹਿਲਾਂ ਜੀ ਆਇਆਂ ਨੂੰ। ਹਾਂ, ਮਿਹਰਬਾਨੀ ਜੀ, ਜੀ ਆਇਆਂ ਨੂੰ, ਮਿਹਰਬਾਨੀ ਜੀ, ਮਿਹਰਬਾਨੀ। ਹਾਲਾਂਕਿ ਤੁਸੀਂ ਲੰਡਨ ਤੋਂ ਆਏ ਹੋ, ਮੈਂ ਜਿਸ ਤਰ੍ਹਾਂ ਕਿਹਾ ਕਿ ਇਧਰੋਂ ਵੀ ਬਹੁਤ ਹੋੜ ਲੱਗੀ ਹੈ, ਪੰਜਾਬ ਕਹਿੰਦੇ ਖਾਲੀ ਹੋ ਰਿਹਾ ਹੈ, ਪਾਕਿਸਤਾਨ ਤੋਂ ਵੀ ਸ਼ਾਇਦ ਬਹੁਤ ਸਾਰੇ ਲੋਕ ਹੁਣ ਬਾਹਰ ਜਾ ਰਹੇ ਹੋਣ, ਕੀ ਕਾਰਨ ਸਮਝਦੇ ਹੋ? ਕਿਉਂ ਟੁੱਟ ਰਹੇ ਹਾਂ ਅਸੀਂ ਆਪਦੀ ਸਰਜ਼ਮੀ ਦੇ ਨਾਲ, ਕਿਉਂ ਆਪਦੀ ਮਿੱਟੀ ਤੋਂ ਦੂਰ ਹੁੰਦੇ ਜਾ ਰਹੇ ਹਾਂ? ਮੈਂ ਪਹਿਲਾਂ ਆਪਣੀ ਗੱਲ ਹੀ ਕਰ ਲਾਂ, ਬਜਾਏ ਇਸਦੇ ਕਿ ਲੋਕਾਂ ਦੀ ਗੱਲ ਕਰੀਏ, ਆਪ ਬੀਤੀ ਕਿਉਂ ਨਾ ਕਰ ਲਈਏ। ਮੈਨੂੰ ਇਸ ਪਾਕਿਸਤਾਨ 'ਚ ਲੋਕੀ ਮੁਮਕਿਨ ਹੈ ਰੋਟੀ ਖਾਣ ਜਾਂਦੇ ਹੋਣ, ਲੇਕਿਨ ਮੇਰੇ ਕੋਲ ਰੋਟੀ ਅੱਲਾ ਨੇ ਮੈਨੂੰ ਬਹੁਤ ਦਿੱਤੀ ਸੀ, ਇੰਨੀ ਦਿੱਤੀ ਸੀ ਕਿ ਮੇਰੇ ਮਰਨ ਤੋਂ ਬਾਅਦ ਮੁੱਕਣੀ ਨਹੀਂ, ਤੇ ਇਸ ਤੋਂ ਵੱਧ ਰੋਟੀ ਕੀ ਹੁੰਦੀ ਹੈ। ਪੈਸੇ ਰੋਟੀ ਲਈ ਉੱਥੇ ਜਾਂਦੇ ਨੇ, ਮੈਂ ਰੋਟੀ ਲਈ ਨਹੀਂ ਸਾਂ ਗਿਆ। ਮੈਂ ਉੱਥੇ ਸ਼ਾਦੀ ਕਰਾਈ ਸੀ 1976 'ਚ, ਲੀਗਲ ਸਾਂ ਜਾਣ ਵਾਸਤੇ, ਪਰ ਮੈਂ ਇਹਨਾਂ ਨੂੰ ਕਿਹਾ ਸੀ ਸਹੁਰੇ ਕੁੜੀਆਂ ਜਾਂਦੀਆਂ ਨੇ, ਬੰਦੇ ਨਹੀਂ ਜਾਂਦੇ, ਤੇ ਤੂੰ ਜਿਹੜੀ ਵੀ ਰੋਟੀ ਦੋ ਡੰਗ ਦੀ ਮਿਲੇਗੀ ਮੇਰੇ ਕੋਲ ਇੱਥੇ ਆਣ ਕੇ ਖਾ ਲਾ। ਉਹ ਆਈ ਤੇ ਉਹਨੂੰ ਪਤਾ ਲੱਗਾ ਵੀ ਇਹ ਜਿਹੜੀ 2 ਡੰਗ ਦੀ ਰੋਟੀ ਇਸ ਪੰਜਾਬ ਦੇ ਵਿੱਚ ਆ, ਉਸ ਇੰਗਲੈਂਡ ਦੀਆਂ ਸਾਰੇ ਪੀਜ਼ੇ ਤੇ ਸਾਰੇ ਸਨੂਕਰ ਤੇ ਸਾਰੀਆਂ ਸੇਵੀਆਂ ਸਾਵੀਆਂ ਪੀਜ਼ਿਆਂ ਨਾਲੋਂ ਇਹ ਚੰਗੀ ਆ। ਉਹ 17 ਸਾਲ ਉਹ ਨਹੀਂ ਗਈ, ਤੇ ਜਦੋਂ ਉਹ ਨਾ ਗਈ ਤੇ ਫਿਰ ਮੈਂ ਮੌਜਾਂ ਲੁੱਟ ਰਿਹਾ ਸਾਂ। ਉਹ ਮੈਂ ਵਾਲਟਨ ਟ੍ਰੇਨਿੰਗ ਕਾਲਜ 'ਚ ਪੜਾਉਂਦਾ ਸਾਂ, ਰੇਲਵੇ 'ਚ, ਉੱਥੇ ਵੀ ਲੜ ਪਿਆ। ਲੜਨਾ ਮੈਂ ਛੇਤੀ ਪੈਣਾ, ਮਿਜ਼ਾਜ ਅੱਛੀ ਨਹੀਂ ਮੇਰੀ ਰੱਬ ਵੱਲੋਂ ਹੀ, ਤੇ ਉਹਨਾਂ ਨੇ ਜਿਹੜੇ ਮੈਂ ਉੱਥੋਂ, ਮੈਂ ਕਿਹਾ ਜੀ 10 ਸਾਲ ਪਹਿਲਾਂ ਰਿਜ਼ਾਈਨ ਕਰਤਾ। ਮੇਰੀ ਬੀਵੀ ਇੱਕ ਦਿਨ ਕਹੀ ਵੀ ਹੁਣ ਤੂੰ ਵਿਹਲਾ ਹੀ ਬੈਠਾ ਤੇ ਆਪਣੇ ਘਰ ਦੇ ਵਿੱਚ ਜਿਹੜੇ ਅੰਬ ਸ਼ਾਮ ਨੇ ਖੱਟੇ ਖੁੱਟੇ ਮਾਲਟੇ ਗੋੜਦਾ ਫਿਰਨਾ, ਆ ਬੱਚੇ ਹੀ ਪੜ੍ਹਾ ਲਈਏ ਉੱਥੇ ਜਾ ਕੇ, 10-11 ਸਾਲ ਦੇ ਹੋ ਗਏ ਨੇ, ਇਹਨਾਂ ਦੀ ਬ੍ਰਿਟਿਸ਼ ਨੈਸ਼ਨੈਲਿਟੀ ਹੈ। ਉਹਦੇ ਤੇ ਇੱਕ ਤੇ ਉਹਦੇ ਲਈ ਗਏ। ਦੂਸਰਾ ਇਹ ਸੀ ਕਿ ਜਿਸ ਜ਼ਮਾਨੇ ਦੇ ਵਿੱਚ ਅਸੀਂ ਗਏ ਸਾਂ, ਉਸ ਜ਼ਮਾਨੇ ਦੇ ਵਿੱਚ ਰਾਤ ਨੂੰ ਜਾਂ ਤੇ ਇੱਕ ਬ੍ਰੇਨ ਆਪਣਾ ਗਾਈਡ ਖਿਲਾਰੋ ਬੂਹੇ ਅੱਗੇ, ਤੇ ਜਾਂ ਸਾਰੀ ਰਾਤ ਜਾਗਦੇ ਰਹੋ ਵੀ ਕਿਹੜੇ ਵੇਲੇ ਡਾਕਾ ਪੈਣਾ ਤੇ ਕਿਹੜੇ ਵੇਲੇ ਮੈਂ ਡਾਕੂ ਵੇਖਣੇ ਨੇ। ਲਿਹਾਜ਼ਾ ਇਸ ਗੱਲ ਤੋਂ ਮੈਂ ਕਿਹਾ ਚਲੋ ਦੇਵੀ ਦੇ ਦਰਸ਼ਨ ਵਾਲੇ ਵੰਝਾਂ ਦੇ ਖਰੀਦ, ਇੱਥੇ ਮੌਤ ਤੋਂ ਡਰਦੇ ਫਿਰਨੇ, ਐਵੇਂ ਬਾਜ਼ਾਰ ਜਾਣੇ ਆ ਤੇ ਕਿਤੇ ਨਹੀਂ ਕਿਹੜੇ ਵੇਲੇ ਬੰਬ ਵੱਜ ਜਾਣਾ, ਤੇ ਬੱਚੇ ਸਕੂਲੇ ਜਾਂਦੇ ਨੇ ਤੇ ਸ਼ਾਮ ਨੂੰ ਪਤਾ ਨਹੀਂ ਆਉਣੇ ਨੇ ਕਿ ਨਹੀਂ ਆਉਣੇ। ਇਹਨਾਂ ਗੱਲਾਂ ਤੋਂ ਡਰ ਕੇ ਮੈਂ ਉੱਥੇ ਲੈ ਆ। ਨਾ ਮੈਂ ਕੱਲ ਰਾਜ਼ੀ ਸਾਂ ਉੱਥੇ, ਨਾ ਮੈਂ ਅੱਜ ਉੱਥੇ ਰਾਜ਼ੀ ਹਾਂ। ਉਹ ਜਿਹੜੀਆਂ ਮੇਮਾਂ, ਉਹ ਜਿਹੜੀਆਂ ਬਰਫਾਂ, ਉਹ ਜਿਹੜੀ TV, ਉਹਦੇ ਰੇਸ਼ਮੀ ਗੱਦੇ, ਰਜ਼ਾਈਆਂ, ਉਹ ਮੇਰਾ ਸ਼ੌਕ ਨਹੀਂ। ਮੈਂ ਜਿਹੜੀ ਮਿੱਟੀ 'ਚ ਪਲਿਆ, ਮੈਂ ਇਹਨਾਂ ਨੂੰ ਇੱਕ ਦਿਨ ਆਖਿਆ ਸੀ ਬੰਦਿਆਂ ਨੂੰ ਵੀ ਮੈਨੂੰ ਉਹਨੇ ਨਹੀਂ ਤੈਨੂੰ ਸਦਰ ਬਣਾਉਣਾ, ਇੱਕ ਦਿਨ ਕਹਿਣ ਡਿਆ। ਮੈਂ ਕਿਹਾ ਮੈਂ ਰੇਸ਼ਮੀ ਰਜ਼ਾਈ ਨਹੀਂ ਮੈਨੂੰ ਟੰਗਣੇ ਤੇ ਨਾ ਟੰਗੋ, ਮੈਂ ਜੁੱਲੀ ਆ, ਮੈਨੂੰ ਥੱਲੇ ਵਿਛਾ ਕੇ ਬਵੋ। ਮੈਂ ਅੱਜ ਵੀ ਉੱਥੇ ਛਾਬੀ 'ਚ ਰੋਟੀ ਪਾ ਕੇ ਖਾਣਾ, ਨਾੜ ਦੀ ਛਾਬੀ, ਤੇ ਉੱਥੇ ਵੀ ਲਸੂੜੀ ਤੇ ਰੋਟੀ ਪਾ ਕੇ ਖਾਣਾ। ਇਹ ਸੁਣ ਲਓ ਵੀ ਹੁਣ ਬੱਚੇ ਜਿਹੜੇ ਨੇ ਉਹ ਹੁਣ ਬੜੇ ਪੜ੍ਹ ਗਿਆ, ਗ੍ਰੈਜੂਏਸ਼ਨਾਂ ਕੀਤੀਆਂ, ਆਕਸਫੋਰਡ ਯੂਨੀਵਰਸਿਟੀ 'ਚ ਪੜ੍ਹੇ, ਕੋਈ ਵਕੀਲ ਹੋ। ਸਾਡੇ ਇੱਕ ਮਸ਼ਹੂਰ ਗਾਇਕ ਨੇ ਕੇ-ਦੀਪ, ਉਹਨਾਂ ਦੀ 80 ਦੇ ਦਹਾਕੇ 'ਚ ਇੱਕ ਬਹੁਤ ਮਸ਼ਹੂਰ ਹੋਇਆ ਸੀ ਕਿ ਰਮਤਾ ਮੇਮਾ 'ਚ, ਰਮਤਾ ਅਫਰੀਕਾ ਦੇ ਵਿੱਚ, ਉਹ ਜਿਹੜਾ ਪਾਕਿਸਤਾਨੀ ਰਮਤਾ ਸਾਡੇ ਨਾਲ ਅੱਜ ਬੈਠਾ, ਉਹਦਾ ਮੇਮਾ 'ਚ ਜਾ ਕੇ ਕੀ ਹਾਲ ਹੋਇਆ? ਮੇਮਾ ਮੇਰੇ ਲਈ ਕੁਛ ਨਹੀਂ। ਮੈਂ ਜ਼ਿੰਦਗੀ 'ਚ ਇਹ ਕਹਿਣਾ
ਕਿ ਸਿਰਫ ਹੀਰ ਨੂੰ ਮੈਂ ਹੀਰ ਸਮਝਣਾ, ਸਹਿਤੀਆਂ ਮੇਰੀਆਂ ਭੈਣਾਂ ਨੇ। ਠੀਕ ਹੈ, ਉਹ ਮੇਮਾਂ ਮੈਨੂੰ ਕੋਈ ਦੁੱਖ ਤਾਂ ਨਹੀਂ ਦਿੰਦੀਆਂ ਕਿ ਮੇਰੀ ਬੀਵੀ ਵੀ ਹੈ, ਮੇਰੀ ਦੋਸਤ ਵੀ ਹੈ, ਉਹ ਮੇਰੀ ਮਾਵਾਂ ਵਰਗੀ ਹੈ। ਬੀਵੀ ਵੀ ਗੁੱਜੀ ਮਾਂ ਹੁੰਦੀ ਹੈ। ਉਹਦੇ ਤੋਂ ਇਲਾਵਾ ਮੇਰੀਆਂ ਅੱਖਾਂ ਨਹੀਂ ਕਿਸੇ ਦੀ ਵੀ ਖੁੱਲਦੀਆਂ। ਬਾਕੀ ਸਭ ਕੁਝ ਬਦਮਾਸ਼ੀ ਹੁੰਦੀ ਹੈ। ਸ਼ਰੀਫ ਔਰਤ ਦੀ ਬੀਵੀ ਅਗਰ ਤੁਹਾਡੇ ਘਰ ਹੈ ਤੇ ਉਹ ਬਹੁਤ ਕੁਛ ਹੈ। ਉਹਨੇ 13 ਸਾਲ ਮੈਂ ਉਹਦਾ ਇੰਤਜ਼ਾਰ ਕੀਤਾ ਤੇ ਹੁਣ ਲੱਭੀ ਹੈ। ਤੇ ਉਸ ਤੋਂ ਬਾਅਦ ਮੈਂ ਮੇਮਾਂ ਵੇਖਣੀ, ਉਹ ਤੇ ਜਵਾਨੀ 'ਚ ਵੀ ਮੈਂ ਗਿਆ ਸਾਂ ਨਾ, ਤੇ ਮੈਨੂੰ ਮੇਮਾਂ ਕੋਈ ਅਪੀਲ ਨਹੀਂ ਕਰਦੀਆਂ। ਮੈਂ ਚਿੱਟੇ ਰੰਗ ਤੋਂ ਨਹੀਂ ਤਿਲਕਦਾ, ਮੈਂ ਇੱਟਾਂ ਤੇ ਰਹਿਣ ਵਾਲਾ ਬੰਦਾ ਹੈ। ਸੰਗੇ ਮਰਮਰ ਤੋਂ ਸ਼ਾਇਦ ਤਿਲਕ ਪਾਂ। ਮੈਨੂੰ ਮੇਮਾਂ ਸ਼ੇਮਾਂ ਦਾ ਕੋਈ ਮੈਨੂੰ ਨਹੀਂ ਪਤਾ ਕੀ ਨੇ। ਉਹ ਮਾਂ ਦੀ ਤੁਸੀਂ ਗੱਲ ਕੀਤੀ, ਤੁਸੀਂ ਕਿਹਾ ਕਿ ਬੀਵੀ ਵੀ ਮਾਂ ਵਰਗੀ ਹੁੰਦੀ ਹੈ। ਸਾਡੇ ਇੱਕ ਬਹੁਤ ਵੱਡੇ ਇੱਥੋਂ ਦੇ ਮੁਨੱਵਰ ਰਾਣਾ ਸਾਹਿਬ ਇੱਕ ਸ਼ਾਇਰ ਨੇ, ਉਹ ਕਹਿੰਦੇ ਆ ਕਿ ਮੈਂ ਮਾਂ ਦੇ ਵਿੱਚ ਆਸ਼ਕੀ ਦੇਖਦਾ, ਇਸ਼ਕ ਮਾਂ ਦੇ ਵਿੱਚ ਦੇਖਦਾ, ਹਨਾ। उन्होंने कहा कि माँ मेरे पापों को इस कदर धो देती है, माँ जब बहुत गुस्से में होती है तो रो देती है। माँ ਨੂੰ ਬਹੁਤ ਉੱਚਾ ਦਰਜਾ ਦਿੱਤਾ ਗਿਆ ਹੈ। ਜਦੋਂ ਪਾਕਿਸਤਾਨ ਦੇ ਪੰਜਾਬੀਆਂ ਦੀ ਗੱਲ ਕਰਦੇ ਆ ਤਾਂ ਉੱਥੇ ਮਾਂ ਕਿਹੋ ਜੀ ਹੈ? ਉੱਥੇ ਦੀ ਮਾਂ, ਮੈਂ ਪਾਕਿਸਤਾਨ ਦੀ ਗੱਲ ਕਰ ਰਿਹਾ। ਨਹੀਂ, ਉੱਥੇ ਤੋਂ ਕੀ ਮਤਲਬ? ਉੱਥੇ ਦੀ ਮਾਂ ਤੁਸੀਂ ਪੰਜਾਬ ਦੀ ਮਾਂ ਕਹਿੰਦੇ ਹੋ, ਸਾਡੀ ਮਾਂ ਕਹਿੰਦੇ ਹੋ। ਸਾਡੀ ਮਾਂ ਉਹ ਨਹੀਂ ਗਈ ਕਿ ਸਾਡੀ ਮਾਂ ਡਿਊਟੀ ਤੇ ਜਾਏ, ਨੌਕਰੀ ਤੇ ਜਾਏ ਤੇ ਉਹਨਾਂ ਨੂੰ ਜਿਹੜੇ ਕੇਅਰ ਟੇਕਰ ਨੇ ਜਾਂ ਜਿਹੜੇ ਕਿਰਾਏ ਦੇ ਬੱਚੇ ਰੱਖੇ ਹੁੰਦੇ ਨੇ ਉਹਨਾਂ ਨੂੰ ਫੜਾ ਕੇ ਨਹੀਂ ਜਾ ਸਕਦੀ। ਸਾਡੀ ਮਾਂ ਬੱਚਿਆਂ ਤੋਂ ਜਾਨ ਦੇਣ ਵਾਲੀ ਮਾਂ ਆ। ਸਾਡੀ ਮਾਂ ਸਾਨੂੰ ਜ਼ਿੰਦਗੀ ਦਿੰਦੀ ਆ। ਉਹ ਮਾਂ ਨਹੀਂ ਜਿਹੜੀਆਂ ਗੋਰੀਆਂ ਨੇ ਤੇ ਅੱਜ ਤਲਾਕ ਲਈ ਹੈ, 3 ਇਹਦੇ ਚੋਂ ਬੱਚੇ ਨੇ ਤੇ 2 ਉਹਦੇ ਚੋਂ ਬੱਚੇ ਨੇ, ਇਹ ਨਹੀਂ ਪਤਾ ਉਹਦੇ ਕਿਹੜੇ ਸਾਂ ਤੇ ਉਹਦੇ ਕਿਹੜੇ ਸਾਂ। ਉਹ ਜਾ ਕੇ ਤੀਜੇ ਨੂੰ ਕਰ ਲੈਂਦੀ ਹੈ, ਸਾਰਿਆਂ ਨੂੰ ਨਹੀਂ ਮਿਲਦੀ। ਸਾਡੀਆਂ ਮਾਵਾਂ ਰੰਡੇਪਾ ਕੱਟ ਲੈਂਦੀਆਂ ਨੇ। 20 ਸਾਲ 25 ਸਾਲ ਦੀ ਔਰਤ ਬੇਵਾ ਹੋ ਜਾਏ ਤੇ ਇੱਕ ਪੁੱਤ ਹੋਵੇ ਤੇ ਆਂਦੀ ਹੈ ਮੈਂ ਦੂਸਰਾ ਖਸਮ ਨਹੀਂ ਕਰਨਾ, ਮੇਰਾ ਪੁੱਤ ਜਿਹੜਾ ਹੈ ਇਹਨੂੰ ਕੋਈ ਦਬਕਾ ਮਾਰੇਗਾ। ਇਸ ਤੋਂ ਉੱਤੇ ਸਾਡੀ ਮਾਂ ਤੋਂ ਹੋਰ ਕੀ ਪੁੱਛਦੇ ਹੋ? ਉਸ ਮਾਂ ਦੀ ਬੋਲੀ ਦੇ ਕੀ ਹਾਲ ਨੇ? ਮਾਂ ਦੀ ਬੋਲੀ ਦੇ ਜਿਹੜੇ ਹਾਲ ਨੇ ਤੁਸਾਂ ਤੇ ਥੋੜੇ ਜਿਹਾ ਖਰਾਬ ਕਰ ਲਏ ਨੇ ਜੇ ਮੇਰੇ ਕੋਲ ਸੱਚ ਬੁਲਾਉਣ ਲੱਗੇ ਹੋ। ਨਹੀਂ, ਸੱਚ ਬੋਲੋ, ਅੱਜ ਖੁੱਲ ਕੇ ਸੱਚ ਬੋਲੋ। ਮੈਂ ਤੁਹਾਡੀ ਇਜਾਜ਼ਤ ਵੀ ਨਹੀਂ ਲੈਣੀ ਸੱਚ ਬੋਲਣ ਲੱਗਿਆ। ਤੁਹਾਨੂੰ ਸੱਚ ਲੜ ਵੀ ਜਾਏ ਤੇ ਮੈਂ ਕਹਿਣਾ ਤੁਸੀਂ ਲੜਨਾ ਬਹੁਤ ਜ਼ਰੂਰੀ ਹੈ, ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਸੱਚ ਲੜਨਾ। ਕਿ ਮੈਂ ਇਹੋ ਹੀ ਪਿੱਟ ਕੇ ਮਰ ਗਿਆ ਜਿੰਨਾ ਮੇਰੀਆਂ ਲਿਖਤਾਂ ਪੜੀਆਂ ਨੇ ਕਿ ਇਸ ਬੋਲੀ ਨੂੰ ਕਮ ਅਜ਼ ਕਮ ਉਹ ਹੀ ਰਹਿਣ ਦਿਓ ਜਿਹੜੇ ਸਾਡੇ ਪਿਓ ਦਾਦੇ ਬੋਲਦੇ ਸਾਂ। ਇਸ ਬੋਲੀ ਤੁਸਾਂ ਜੋ ਕੁਝ ਕੀਤਾ ਇਹ ਕੀਤਾ ਹੈ ਕਿ ਲੋਕ ਪਰਚਾ ਪੜਨ ਡਏ ਹੁੰਦੇ ਨੇ, ਉਹਦੇ ਚ ਮੈਨੂੰ ਨਹੀਂ ਪਤਾ ਸ਼ੋਸ਼ਣ ਮੋਸ਼ਨ ਦਿਸ਼ਟ ਸਾਰੇ ਛੇ ਜਾਏ ਹੁੰਦੇ ਨੇ। ਮੈਂ ਉਦੋਂ ਰੱਜ ਕੇ ਸੌਂ ਲੈਣਾ, ਜਦੋਂ ਪਰਚਾ ਪੜ ਲੈਂਦੇ ਨੇ ਮੈਂ ਵੀ ਉੱਠ ਬੈਠਣਾ। ਮੈਨੂੰ 5% ਸਮਝ ਆਉਂਦੀ ਹੈ, ਬਾਕੀ ਆਉਂਦੀ ਨਹੀਂ। ਤੇ ਮੈਂ ਇਹਨਾਂ ਨੂੰ ਆਨਾ ਕਿ 47 ਤੋਂ ਪਹਿਲਾਂ ਮੇਰੀ ਮਾਂ ਜੰਮੀ, 40 ਸਾਲ ਦੀ ਸੀ ਜਦੋਂ ਪਾਕਿਸਤਾਨ ਗਈ ਆ। ਇਹ ਸਭ ਕੁਝ ਉਹਨੇ ਕਿਉਂ ਨਹੀਂ ਸੀ ਸਿੱਖਿਆ? ਜੇ ਇਹੋ ਹੀ ਬੋਲੀ ਸੀ, ਮੇਰੇ ਭਰਾਵਾਂ ਨੇ ਅਜਨਾਲੇ ਮੈਟ੍ਰਿਕ ਪਾਸ ਕੀਤੀ ਦੋਵਾਂ ਨੇ, ਉਹ ਇੱਕ ਲਫ਼ਜ਼ ਵੀ ਨਹੀਂ ਇਹੋ ਜਿਹਾ ਬੋਲਦੇ। ਇਹ 47 ਤੋਂ ਬਾਅਦ ਸਰਦਾਰ ਦੀ ਜਿਹੜਾ ਟੀਕਾ ਲੱਗਾ, ਜਿਹੜੀ ਸੰਨ ਲੱਗੀ ਆ, ਜਿਹੜੀ ਸਾਜ਼ਿਸ਼ ਹੋਈ ਆ, ਉਸ ਬੋਲੀ ਨੂੰ ਤੁਸੀਂ ਹੁਣ ਜਾਣੋ। ਮੈਨੂੰ ਕੀ ਆਂਦੇ ਜੇ ਮੈਂ ਵੱਧ ਗੱਲਾਂ ਕਰਾਂਗਾ ਤੇ ਖਰਾਬ ਹੀ ਖਰਾਬ ਹੋਣਗੀਆਂ। ਮੈਂ ਤੁਹਾਡੀ ਉੱਥੇ ਥੋੜੇ ਨੇ ਬੰਦੇ, ਲਾਹੌਰ ਸ਼ੇਖੂਪੁਰੇ ਬੰਦੇ ਪੰਜਾਬੀ ਥੋੜੇ ਨੇ ਲੇਖਰੀਆਂ ਕਰਨੇ, ਲੇਕਿਨ ਜਿੰਨੇ ਹੈਗੇ ਨੇ ਉਹ ਉਹੀ ਬੋਲੀ ਬੋਲਦੇ ਨੇ ਜਿਹੜਾ ਵਾਰਿਸ ਸ਼ਾਹ ਬੁੱਲਾ ਤੇ ਜਿਹੜੇ ਤੁਹਾਡੇ ਆਪਣਾ ਭਾਈ ਵੀਰ ਸਿੰਘ ਬੋਲਦਾ ਸੀ। ਤੁਸੀਂ ਭਾਈ ਵੀਰ ਸਿੰਘ ਦੀ ਬੋਲੀ, ਪੂਰਨ ਸਿੰਘ ਦੀ ਬੋਲੀ ਨਹੀਂ ਬੋਲ ਰਹੇ। ਉਸ ਪਾਕਿਸਤਾਨ 'ਚ ਇਹੋ ਹੀ ਬੋਲਦੇ ਨੇ। ਤੇ ਮੈਂ ਕਹਿੰਦਾ ਬੋਲੀ ਤੇ ਤੁਸੀਂ ਬੋਲਦੇ ਹੋ, ਦੂਜੇ ਮੈਂ ਇਸ ਬੋਲੀ ਦਾ ਕੀ ਕਰਾਂ? ਮੈਂ ਅੱਖੀਂ ਵੇਖਿਆ ਹਾਲ ਦੱਸਣਾ ਕਿ ਸਕੂਲਾਂ ਦੇ ਵਿੱਚ ਪੰਜਾਬੀ ਬੋਲਣ ਦੀ ਇਜਾਜ਼ਤ ਨਹੀਂ ਬੱਚਿਆਂ 'ਚ। ਅਗਰ ਸਾਡੇ ਕਿਸੇ ਬੱਚੇ ਨੂੰ ਕੋਈ ਬੰਦਾ ਕੋਈ ਕਹਿ ਦੇ ਕਿ ਕੀ ਬਦਤਮੀਜ਼ੀ ਜੇ ਪੰਜਾਬੀ ਬੋਲਣਾ, ਮੇਰੇ ਨਾਲ ਬੋਲ ਤੇ ਚਪੇੜਾਂ ਖਾਏਗਾ। ਸਾਡੇ ਵੱਲ ਨਹੀਂ ਇਸ ਤਰ੍ਹਾਂ ਕੋਈ ਵੀ ਆਂਦਾ। ਇਸ ਤਰ੍ਹਾਂ ਕਹਿ ਕੇ ਮਾਰ ਖਾਣ ਵਾਲੀ ਗੱਲ ਆ। ਤੇ ਮੈਂ ਫਿਰ ਕਿਹਾ ਇੱਕ ਬੰਦੇ ਨੂੰ, ਦੁਕਾਨਦਾਰ ਨੂੰ, ਵੀ ਯਾਰ ਤੂੰ ਮੇਰੇ ਨਾਲ ਉਰਦੂ ਪੰਜਾਬੀ ਹਿੰਦੀ ਬੋਲਣਾ ਤੇ ਮੈਂ ਪੰਜਾਬੀ ਆ। ਆਂਦਾ ਜੀ ਲੋਕੀ ਆਣ ਕੇ ਆਂਦੇ ਨੇ क्या बदतमीजी जे बद अखलाकी जाए पेड़ी जी बोली बोल रहे यार, हमारे साथ अच्छी ठीक बोली बोलो। तो मैं क्या फिर तू बोलना आंदा हो? मैं क्या तू ये नहीं कह सकता कि तुसी मेरी मां नू, मेरे दादे नू, मेरे परदादे नू, मेरे नाने नू, मेरी नानी नू गाल ना कड्डो। तुसी जड़ी मर्जी बोलनी है, मैं ये बोलनी है, मेरी मां दी बोली है, मेरे बाबे फरीद दी बोली है। तू ये नहीं कह सकता
अभी वो कहते हैं हमने सौदा लेना है तो ये तुम कैसी बोली बोल रहे हो। लिहाजा जिस मुल्क दे विच पंजाबी मां दी बोली नूं इनफीरियरिटी, एहसासे कमतरी, हीना, नीवा समझे, बगैरती समझे, पेंडू समझे, बदतमीजी समझे, उत्थे बोली ਦਾ ਕੀ ਹਸ਼ਰ ਹੋਏਗਾ। ਤੁਸੀਂ ਹੁਣ ਆਪ ਅੰਦਾਜ਼ਾ ਲਾ। ਮਲਿਕ ਸਾਹਿਬ, ਇਹ ਸਿਆਸਤ ਵੀ ਤਾਂ ਹੈਗੀ ਨਾ ਸਾਡੇ ਮੁਲਕ ਦੇ ਵਿੱਚ ਵੀ। ਅਸੀਂ ਤਾਂ ਹੁਣ ਤੁਹਾਡਾ ਵੀ ਕਹਿੰਨੇ ਆ, ਸਾਡਾ ਤੁਹਾਡਾ ਇੱਕੋ ਹੀ ਮੁਲਕ ਹੈ। ਮੈਂ ਭਾਰਤ ਦੀ ਗੱਲ ਕਰ ਰਿਹਾ। ਹਿੰਦੀ ਭਾਸ਼ਾ ਨੂੰ ਜਦੋਂ ਪੰਜਾਬੀ ਦੇ ਉੱਤੇ ਰੱਖਿਆ ਜਾਂਦਾ ਹੈ ਤਾਂ ਉਹਦੇ ਪਿੱਛੇ ਸਿਆਸਤ ਸਿਰ ਚੜ ਕੇ ਜ਼ਰੂਰ ਬੋਲਦੀ ਹੈ। ਉਹ ਪੂਰੇ ਇਲਾਕੇ ਨੂੰ, ਪੂਰੇ ਖਿੱਤੇ ਦੇ ਲੋਕਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਭਾਸ਼ਾ ਨੂੰ ਧਰਮ ਨਾਲ ਵੀ ਜੋੜਤਾ। ਆਮ ਤੌਰ ਤੇ ਹੁਣ ਇਸ ਦੀ ਗੱਲ ਦੀ ਵੀ ਲੜਾਈ ਹੁੰਦੀ ਹੈ ਕਿ ਹਿੰਦੀ ਹਿੰਦੂਆਂ ਦੀ ਹੈ, ਪੰਜਾਬੀ ਸਿੱਖਾਂ ਦੀ ਭਾਸ਼ਾ ਹੈ। ਪਾਕਿਸਤਾਨ 'ਚ ਕੀ ਹਾਲਾਤ ਹੈਗੇ ਆ? ਨਹੀਂ, ਮੈਂ ਤੁਹਾਡੇ ਵੱਲੋਂ ਪਹਿਲਾਂ ਕਹਿਦਾ ਹਿੰਦੀ ਹਿੰਦੂਆਂ ਦੀ, ਪੰਜਾਬੀ ਪੰਜਾਬੀਆਂ ਦੀ ਨਹੀਂ। ਜਿਹੜਾ ਪੰਜਾਬ 'ਚ ਵਸਦਾ ਹੈ, ਇਹ ਮੇਰੇ ਕੋਲ ਆਪ ਬੈਠੇ ਨੇ ਨਾ ਟਾਂਡਾ ਸਾਹਿਬ, ਮੈਨੂੰ ਨਹੀਂ ਪਤਾ ਹਿੰਦੂ ਮੁਸਲਮਾਨ ਪਾਕਿਸਤਾਨ ਕਿਉਂ ਨੇ, ਪੰਜਾਬੀ ਪੰਜਾਬੀਆਂ ਦੀ ਆ। ਮੈਂ ਹਿੰਦੂ ਸਿੱਖ ਮੁਸਲਮਾਨ ਦੀ ਗੱਲ ਨਹੀਂ ਕਰਨੀ। ਜਿਹੜੇ ਪੰਜਾਬੀ ਮਾਵਾਂ ਦੇ ਪੁੱਤਰ ਨੇ, ਜਿਹੜੇ ਪੰਜਾਬ 'ਚ ਰਹਿੰਦੇ ਨੇ ਜਾਂ ਪੰਜਾਬੀ ਮਾਂ ਨੇ ਜੰਮੇ ਨੇ, ਜਿਨ੍ਹਾਂ ਦਾ ਪਿਓ ਦਾਦਾ ਪੰਜਾਬੀ ਸੀ, ਤੁਸੀਂ ਇਹਨਾਂ ਦੀ ਗੱਲ ਕਰੋ। ਹਿੰਦੂ ਮੁਸਲਿਮ ਸਿੱਖ ਦੀ ਗੱਲ ਮੇਰੇ ਨਾਲ ਨਾ ਕਰੋ। ਔਰ ਦੂਸਰੀ ਗੱਲ, ਸਿਆਸਤ ਦੀ ਗੱਲ ਕਰਦੇ ਹੋ। ਸਿਆਸਤ ਇਹ ਕਹਿੰਦੀ ਹੈ ਵੀ ਸਾਡੀ ਨੈਸ਼ਨਲ ਲੈਂਗੁਏਜ, ਸਾਡੀ ਕੌਮੀ ਜ਼ੁਬਾਨ ਉਰਦੂ ਆ, ਲੇਕਿਨ ਸਾਨੂੰ ਕੋਈ ਫੋਰਸ ਤੇ ਨਹੀਂ ਕਰਦਾ ਵੀ ਤੁਸੀਂ ਉਰਦੂ ਬੋਲੋ। ਇਹ ਵੱਖਰੀ ਗੱਲ ਹੈ ਕਿ ਸਕੂਲੇ ਉਹਨਾਂ ਨੇ ਉਹ ਲਾਈ। ਮੈਂ ਕਿਸੇ ਕਲਾਸ 'ਚ ਪੰਜਾਬੀ ਨਹੀਂ ਪੜ੍ਹੀ, ਨਹੀਂ ਪੜ੍ਹੀ, ਬੋਲਣਾ ਨਾ, ਆਪਣੀ ਮਰਜ਼ੀ ਹੈ ਨਾ। ਜਿਹਨੇ ਪੰਜਾਬੀ ਬੋਲਣੀ ਆ ਉਹਨੂੰ ਕੋਈ ਸਿਆਸਤਦਾਨ ਨਹੀਂ ਡੱਕ ਸਕਦਾ। ਉਹ ਮੈਨੂੰ ਇਹਨਾਂ ਦੀ ਗੱਲ ਨਾ ਦੱਸੋ। ਮੈਂ ਸਿਆਸਤਦਾਨ ਨੂੰ ਬੁਰਾ ਨਾ ਆਖਣਾ, ਜੇ ਤੁਸੀਂ ਆਪ ਉਹ ਜੋ ਕਰਨਾ ਤੁਸੀਂ ਆਪ ਕਰਨਾ ਹੈ। ਮੇਰਾ ਪਿਓ ਅਗਰ ਸ਼ਰਾਬ ਪੀਂਦਾ ਸੀ ਤੇ ਮੇਰੇ ਅੱਗੋਂ ਬੱਚੇ ਵੀ ਪੀਣ ਡੈ ਪੈਣ ਤੇ ਮੈਂ ਉਹ ਕਹਿਣ ਜੀ ਕੀ ਕਰੀਏ ਜੀ, ਸਾਡਾ ਪਿਓ ਪੀਂਦਾ ਸੀ। ਤੁਹਾਡੀ ਮਰਜ਼ੀ ਹੈ, ਤੁਸੀਂ ਪੀਓ ਨਾ ਪੀਓ। ਪਿਓ ਦੀ ਹੁਣ ਪਿਓ ਨੇ ਤੁਹਾਨੂੰ ਕਿਹਾ ਵੀ ਫਾਂਸੀ ਦੇ ਕੇ ਸਾਨੂੰ ਮੈਂ ਕਿਉਂ ਨਹੀਂ ਉਰਦੂ ਬੋਲਦਾ? ਮੈਂ ਉਰਦੂ ਲਿਖਦਾ ਵੀ ਨਹੀਂ। ਸਨ ਅੱਜ ਤੋਂ 20 ਸਾਲ 25 ਸਾਲ ਪਹਿਲਾਂ ਜਿੱਦਣ ਮੇਰੀ ਮਾਂ ਮਰੀ ਸੀ, ਉਦੋਂ ਮੈਨੂੰ ਅਹਿਸਾਸ ਹੋਇਆ ਸੀ ਕਿ ਮੇਰੇ ਉਹਦੇ ਮਰਨ ਤੋਂ ਬਾਅਦ ਮੇਰੀ ਯਾਦ ਸਿਰਫ ਉਹਦੀ ਬੋਲੀ ਰਹਿ ਗਈ ਹੈ। ਉਦੋਂ ਮੈਂ ਪੰਜਾਬੀ ਬਣਿਆ ਸਾਂ। ਪਹਿਲਾਂ ਮੈਂ ਦੋਗਲਾ ਸਾਂ, ਝੂਠਾ ਸਾਂ, ਨਗੱਲਾ ਸਾਂ। ਜਦੋਂ ਮੈਂ ਉਰਦੂ ਲਿਖਦਾ ਤੇ ਉਰਦੂ ਅਖਬਾਰਾਂ 'ਚ ਮੇਰੇ ਆਰਟੀਕਲ ਆਉਂਦੇ ਸਾਂ, ਉਸ ਦਿਨ ਮੈਂ ਪਹਿਲੀ ਰੋਂਦਾ ਰਿਹਾ। ਮੇਰੀ ਬੀਵੀ ਨੂੰ ਪਤਾ ਲੱਗਾ, ਉਹਨੇ ਕਿਹਾ ਤੂੰ ਕੋਈ ਲਿਖ ਇਹਦੇ ਤੇ ਜਾ ਥੱਲੇ ਜਾ ਕੇ ਰੋ ਰਾਤ। ਮੈਂ ਉਦੋਂ ਲਿਖਿਆ ਸੀ ਮੇਰੀ ਮਾਂ। ਜਦੋਂ ਲਿਖਣ ਲੱਗਾ ਤੇ ਪੰਜਾਬੀ 'ਚ ਲਿਖਿਆ, ਗੱਲਾਂ ਸਾਰੀਆਂ ਪੰਜਾਬੀ 'ਚ, ਇਹ ਨਜ਼ਮ ਲਿਖੀ। ਉਸ ਦਿਨ ਤੋਂ ਬਾਅਦ ਮੈਂ ਕਿਹਾ ਮਾਂ ਤੂੰ ਚਲੀ ਗਈ ਹੈ, ਲੇਕਿਨ ਤੇਰੀ ਬੋਲੀ ਨਹੀਂ ਮੈਂ ਜਾਣਦਾ ਕਿ ਮੈਂ ਕਬਰ 'ਚ ਲੈ ਕੇ ਜਾਵਾਂਗਾ ਇਹਨੂੰ, ਇਸੇ ਤਰ੍ਹਾਂ ਹੀ ਜਾਵਾਂਗਾ। ਮੇਰੇ ਮੁਤਲਕ ਇਸ਼ਤਿਹਾਰ ਲੰਡਨ 'ਚ ਨਿਕਲੇ, ਕੰਧਾਂ ਤੇ ਪੋਸਟਰ ਲੱਗੇ, ਇਹ ਸਿੱਖਾਂ ਦੀ ਬੋਲੀ ਬੋਲਦਾ ਹੈ, ਇਹ ਖਾਲਿਸਤਾਨ ਬਣਾਉਣ ਲੱਗਾ। ਮੈਂ ਆ ਨੱਕ ਤੜਵਾਇਆ ਕਾਨਫਰੰਸ ਕਰਾਉਂਦਿਆਂ ਹੋਇਆਂ। 300 ਬੰਦਾ ਲੰਡਨ 'ਚ ਸੱਦ ਲਿਆ, ਘੇਰ ਕੇ ਮੈਨੂੰ ਮਾਰਿਆ ਧੋਖੇ ਨਾਲ, ਪਰ ਮੈਂ ਨਿਭਾ ਛੱਡੀ। ਮੈਂ ਆਪਣੇ ਬੱਚਿਆਂ ਦੀਆਂ ਸਕੂਲਾਂ ਯੂਨੀਵਰਸਿਟੀ ਦੀਆਂ ਫੀਸਾਂ ਉੱਤੇ ਲਾਤੀਆਂ। ਮੈਂ ਇੱਕ ਕੁੜਤਾ, ਆਪਣੀ ਟਾਈ, ਰੁਮਾਲ ਚਿੱਟਾ ਆਪਣੇ ਟੈਚੀ ਕੇਸ 'ਚ ਰੱਖੇ ਨੇ ਤੇ ਮੈਂ ਆਰਟੀਕਲ ਵੀ ਲਿਖਿਆ ਸੀ ਕਿ ਮਾਂ ਹੁਣ ਇਹ ਲਹੂ ਜਿਹੜਾ ਮੈਂ ਤੇਰੀ ਕਬਰ ਤੇ ਰੱਖਾਂ ਕਿ ਇਹਨਾਂ ਨੂੰ ਦਵਾਂ ਲੋਕਾਂ ਨੂੰ, ਇਹਨਾਂ ਨੂੰ ਵਿਖਾਵਾਂ ਕਿ ਮੈਂ ਤੇ ਪੰਜਾਬੀ ਲਈ ਆ ਕਰ ਸਕਦਾ ਸਾਂ। ਫਿਰ ਮੈਂ ਲੋਕਾਂ ਨੂੰ ਇਕੱਠੇ ਕੀਤਾ। ਹੁਣ ਮੈਂ ਪੰਜਾਬੀ ਦੇ ਸ਼ਾਇਰ ਇੰਗਲੈਂਡ 'ਚ ਬਣਾਏ ਨੇ। ਹੁਣ ਪੰਜਾਬੀ ਦੀ ਕਵੀ ਦਰਬਾਰ ਹੁੰਦਾ ਪਾਕਿਸਤਾਨੀ। ਸਰਦਾਰ ਤੇ ਕਰਦੇ ਸੋ ਤੇ ਬੋਲਦੇ ਪੰਜਾਬੀ ਨੇ ਨਾ। ਪਾਕਿਸਤਾਨੀ ਨੇ ਸ਼ੁਰੂ ਕਰਤਾ ਵੀ ਸਿੱਖਾਂ ਦੀ ਜ਼ਬਾਨ ਦਾ ਪ੍ਰਚਾਰ ਕਰਦਾ ਹੈ। ਮੈਂ ਇਕੱਠੇ ਕੀਤੇ ਜ਼ਰਦਾ ਪਲਾ। ਮੇਰੀ ਬੀਵੀ ਦਾ ਇਹ 'ਚ ਜ਼ਿਆਦਾ ਹਿੱਸਾ ਹੈ। ਇਹਦੇ 'ਚ ਸਾਰਾ ਦਾ ਸਾਰਾ ਤਾਲੁਕ ਮੇਰੀ ਬੀਵੀ ਦਾ। ਇਹ ਗੱਲ ਮੈਂ ਪਹਿਲਾਂ ਕਹੀ ਸੀ। ਦੱਸਣ ਲੱਗਾ ਆਖਰੀ ਗੱਲ ਕਿ ਜਦੋਂ ਮੈਂ ਉਹ ਇਕੱਠੇ ਕੀਤੇ, ਉਹਨਾਂ ਨੂੰ ਮੈਂ ਕਿਹਾ ਰੋਟੀਆਂ ਖਾਓ, ਆ ਪਕੌੜੇ ਵੀ ਨੇ, ਆ ਜੋ ਵੀ ਖਾਣਾ ਜੇ। ਬਹੁਤ ਵੱਡਾ ਇਕੱਠਾ ਕੀਤਾ। ਮੈਂ ਉਹਨੂੰ ਕਿਹਾ ਜੀ ਮੈਂ ਸਿੱਖਾਂ ਦੀ ਬੋਲੀ ਬੋਲਣਾ ਹੈ, ਜਿਹੜਾ ਪੰਜਾਬੀ ਬੋਲੇ ਉਹ ਸਿੱਖ। ਮੈਂ ਕਿਹਾ ਬਾਬਾ ਜੀ ਮੈਂ ਤੁਹਾਡੇ ਕੋਲ ਅੱਜ ਪੁੱਛਣਾ ਕਿ ਬਾਬਾ ਫਰੀਦ ਦੇ ਮਜ਼ਾਰ ਤੇ ਜਾ ਕੇ ਆਂਦੇ ਹੋ ਇਸ ਦਰਵਾਜ਼ੇ ਥਾਣੀ ਨੰਗੀ ਤੇ ਜੰਨਤ ਮਿਲਦਾ ਹੈ, ਤੇ ਸਿੱਖ ਕੋਲੋਂ ਜੰਨਤ ਕਿਉਂ ਲੈਣ ਜਾਂਦੇ ਹੋ? ਪੰਜਾਬੀ ਦਾ ਸਭ ਤੋਂ ਪਹਿਲਾ ਸ਼ਾਇਰ ਬਾਬਾ ਫਰੀਦ ਹੈ, ਤੇ ਜੇ ਬਾਬਾ ਫਰੀਦ ਜੰਨਤ ਦਿੰਦਾ ਹੈ ਤੇ ਉਹ ਸਿੱਖ ਕੋਲ ਜੰਨਤ ਕਿਉਂ ਮੰਗਦੇ ਹੋ? ਤੇ ਜੇ ਉਹ ਸਿੱਖ ਸੀ, ਬੁੱਲਾ ਸਿੱਖ, ਵਾਰਿਸ ਸਿੱਖ, ਬਾਬਾ ਨਾਨਕ ਵੀ ਚਲੋ ਜੋ ਮਰਦੀ, ਭਾਈ ਵੀਰ ਸਿੰਘ, ਪੂਰਨ ਸਿੰਘ, ਇਹ ਸਾਰੇ ਬਜ਼ੁਰਗ ਸਿੱਖ, ਅਮੀਨ ਮਲਿਕ ਵੀ ਸਿੱਖ। ਮੈਨੂੰ ਸਿੱਖ ਆਖੋ।
ਲਿਹਾਜ਼ਾ ਜਦੋਂ ਮੈਂ ਇਹ ਡੰਡਾ ਚਾੜਿਆ ਤੇ ਉਹਨੇ ਕਿਹਾ ਵੀ ਯਾਰ ਗੱਲ ਤੇ ਠੀਕ ਹੈ। ਮੁੜ ਕੇ ਫਿਰ ਮੈਂ ਪੰਜਾਬੀ ਅਦਬੀ ਸੰਗਤ ਬਣਾਈ, ਮੁੜ ਕੇ ਮੈਂ ਇਸ਼ਤਿਹਾਰ ਛਾਪੇ, ਫਿਰ ਚੱਲ ਸੋ ਚੱਲ। ਹੁਣ ਉੱਥੇ ਬਹੁਤ ਸਾਰੇ ਲੋਕ ਨੇ ਪੰਜਾਬੀ 'ਚ ਕਿਤਾਬਾਂ ਉਹ ਛਪਵਾ ਰਹੇ ਨੇ ਆਪਣੀ ਸ਼ਾਇਰੀ। ਲਿਹਾਜ਼ਾ ਗੁਰਮੁਖੀ ਚ ਕੇ ਸ਼ਾਹਮੁਖੀ ਚ? ਮੇਰੀਆਂ ਕਿਤਾਬਾਂ ਤਕਰੀਬਨ ਇੱਕੋ ਹੀ ਜਿਲਦ ਵਿੱਚ, ਇੱਕੋ ਹੀ ਜਿਲਦ 'ਚ, ਇਧਰ ਸ਼ਾਹਮੁਖੀ ਉਹੀ ਇਧਰ ਗੁਰਮੁਖੀ। ਮੈਂ ਦੋਵਾਂ ਦੇਸਾਂ ਨੂੰ ਨਾਲ ਲੈ ਕੇ ਚੱਲਣਾ ਹੈ। ਅੱਡੀਆਂ ਚੁੱਕੀਆਂ ਤੇ ਦਿਸਿਆ ਨਾ ਪਿੰਡ ਮੇਰਾ। ਕੋਈ ਮੈਂ ਸ਼ਾਇਰੀ ਸ਼ੁਰੂ ਕਰਦਾ ਹੁੰਦਾ ਸਾਂ, ਨਹੀਂ ਮੈਂ ਇਹਨਾਂ ਨੂੰ ਜੋ ਮੈਨੂੰ ਇਸ ਪੰਜਾਬ ਨੇ ਇੱਜ਼ਤ ਦਿੱਤੀ ਹੈ ਉਸ ਪੰਜਾਬ ਨਾਲੋਂ ਬਹੁਤੀ ਦਿੱਤੀ ਹੈ। ਮੈਂ ਇਹਨਾਂ ਦਾ ਸ਼ੁਕਰਗੁਜ਼ਾਰ ਹਾਂ। ਇਹ ਮੇਰਾ ਵੀ ਮੁਲਕ ਹੈ। ਮੈਂ ਜੰਮਿਆ ਇੱਥੇ, ਮੇਰਾ ਨਿਕਾਹ ਉੱਥੇ ਹੋਇਆ। ਨਾ ਮੈਂ ਪੇਕੇ ਛੱਡ ਸਕਦਾ, ਨਾ ਮੈਂ ਸਹੁਰੇ ਛੱਡ ਸਕਦਾ, ਨਾ ਉਹਨਾਂ ਨੂੰ ਤਲਾਕ ਸਕਦਾ, ਨਾ ਆਪਣੇ ਪੇਕਿਆਂ ਨੂੰ ਛੱਡਣਾ। ਮੇਰੇ ਤੇ ਪੇਕੇ ਨੇ, ਮੇਰੇ ਲਈ ਦੋਵੇਂ ਮੁਲਕ ਇੱਕ ਨੇ। ਮੈਨੂੰ ਕਿਸੇ ਮੈਂ ਸਿਆਸਤਦਾਨ ਨੂੰ ਕੋਈ ਬੁਰਾ ਕਹਿਣਾ, ਇਹ ਚੰਗੇ ਨੇ, ਸਭ ਚੰਗੇ ਨੇ। ਤੁਹਾਡੇ ਆਪਣੇ ਵਾਸਤੇ ਚ ਸਰਦਾਰ ਜੀ ਤੁਸੀਂ ਪੰਜਾਬੀ ਬੋਲੋ ਨਾ ਬੋਲੋ, ਇਹ ਕਰੋ, ਕਿਸੇ ਸਿਆਸਤਦਾਨ ਨੂੰ ਨਾ ਕੁਛ ਆਖੋ। ਔਰ ਤੁਸੀਂ ਤੇ ਆਪ ਹੱਥ ਫੜ ਕੇ ਆਪਣੇ ਮਕਾਨ ਨੂੰ ਸੰਨ ਲਵਾਉਂਦੇ ਹੋ, ਉਹਨਾਂ ਦਾ ਕੀ ਕਸੂਰ ਹੈ? ਮੈਨੂੰ ਕਿਉਂ ਨਹੀਂ ਹਟਾਉਂਦੇ ਪਾਕਿਸਤਾਨ ਵਾਲੇ ਵੀ ਤੂੰ ਕੀ ਕੰਮ ਫੜਿਆ ਹੈ? ਮੇਰੀਆਂ ਕਿਤਾਬਾਂ ਪੰਜਾਬੀ 'ਚ, ਮੇਰੀ ਸ਼ਾਇਰੀ ਪੰਜਾਬੀ 'ਚ, ਮੇਰੇ ਜੋ ਜਹਾਨ ਦੀ ਚੀਜ਼ ਹੈ ਮੈਂ ਪੰਜਾਬੀ 'ਚ। ਮੈਨੂੰ ਅੱਜ ਤੱਕ ਕਿਸੇ ਨੇ ਆਖਿਆ ਕਿ ਤੈਨੂੰ ਆਹ ਪੜਾਉਣਾ। ਇਹ ਤੁਸੀਂ ਕਿਸੇ ਤੇ ਗਿਲਾ ਨਾ ਕਰੋ। ਤੁਸੀਂ ਮੇਰੇ ਬੱਚੇ, ਮੇਰੀ ਬੀਵੀ ਪੀਜ਼ਾ ਖਾਂਦੇ ਨੇ, 버ਗਰ ਖਾਂਦੇ ਨੇ, ਨੂਡਲ ਖਾਂਦੇ ਨੇ। ਮੈਂ ਕਿਹਾ ਮੈਨੂੰ ਨੂਡਲ ਨਾ ਦਿਓ, ਮੈਂ ਸੇਵੀਆਂ ਖਾ ਸਕਦਾ। ਤੇ ਆ ਬੰਦ ਮੈਂ ਨਹੀਂ ਖਾਂਦਾ, ਮੈਂ ਚਾਬੀ ਚ ਪਾ ਕੇ ਰੋਟੀ ਖਾਣਾ। ਇਹੋ ਜਿਹੇ ਪ੍ਰਾਹੁਣੇ ਵੱਡੇ ਲੋਕ ਵੀ ਗਏ ਹੁਣ, ਅਮੀਰ ਟਾਈਪ ਦੇ ਲੋਕ ਵੀ ਮੇਰੇ ਕੋਲ ਗਏ ਹੁਣ, ਉੱਥੇ ਬੈਠੇ ਹੁੰਦੇ ਨੇ। ਮੈਨੂੰ ਇਹ ਕੋਈ ਸ਼ਰਮ ਨਹੀਂ ਆਉਂਦੀ, ਮੈਨੂੰ ਕੋਈ ਸ਼ਰਮ ਨਹੀਂ ਆਉਂਦੀ ਕਿ ਮੈਨੂੰ ਆਖਣਗੇ ਤੂੰ ਪੇਂਡੂ ਹੈ, ਤੂੰ ਦੇਸੀ ਹੈ, ਤੂੰ ਪੰਜਾਬੀ ਹੈ, ਤੂੰ ਕੀ ਕਰ। ਯਾਦਾਂ ਦੇ ਪਛਵਾੜੇ ਚ ਕੀ ਕੁਝ ਲੁਕੋ ਕੇ ਰੱਖਿਆ ਹੋਇਆ? ਤੁਸੀਂ ਪੜ੍ਹ ਕੇ ਵੇਖੋ ਕਿ ਮੈਂ ਕਦੋਂ ਲੁਕਾਇਆ, ਉਹ ਤੇ ਤੁਹਾਨੂੰ ਦਿੱਤਾ ਹੈ। ਮੈਂ ਤੁਹਾਡੀ ਨਿੱਜੀ ਜ਼ਿੰਦਗੀ ਦੀ ਪੂਰੀ ਗੱਲ ਕਰ ਰਿਹਾ ਕਿ ਜੇ ਸਮੇਟਿਆ ਜਾਵੇ ਤਾਂ ਕੀ ਕੁਝ ਲੁਕੋ ਕੇ ਤੁਸੀਂ ਰੱਖੀ ਬੈਠੇ ਹੋ ਜੋ ਹਾਲੇ ਤੱਕ ਸਾਨੂੰ ਦੱਸਿਆ ਨਹੀਂ ਹੈਗਾ? ਮੈਂ ਜ਼ਿੰਦਗੀ 'ਚ ਸਭ ਤੋਂ ਪਹਿਲਾਂ ਆਪਣਾ ਢਿੱਡ ਨੰਗਾ ਕੀਤਾ ਤੇ ਫਿਰ ਲੋਕਾਂ ਨੂੰ ਕੁਛ ਆਖਿਆ ਕਿ ਮੈਂ ਭੀਖ ਮੰਗਦਾ ਰਿਹਾ ਜੀ, ਮੈਂ ਮਾਮਿਆਂ ਦੇ ਡੰਗਰ ਚਾਰਦਾ ਰਿਹਾ ਜੀ, ਮੈਂ ਔਰ ਮੇਰੀ ਮਾਂ ਘਾਹ ਖੋਟ ਕੇ ਮੱਝ ਨੂੰ ਪਾਉਂਦੇ ਰਹੇ, ਮੈਂ ਗੜਵੀ ਦੁੱਧ ਦੀ ਵੇਚਦਾ ਰਿਹਾ ਜੀ। ਜਿੰਨਾ ਚਿਰ ਮੈਂ ਸੱਚ ਨਾ ਬੋਲਾਂਗਾ ਮੈਂ ਕੌਣ ਹੁੰਨਾ ਤੁਹਾਨੂੰ ਆਖਣ ਵਾਲਾ ਕਿ ਭਾਜੀ ਸੱਚ ਬੋਲਿਆ ਕਰੋ। ਤੁਸੀਂ ਆਪਣੇ ਆਪ ਨੂੰ ਬਦਲੋਗੇ ਤੇ ਲੋਕ ਬਦਲਣਗੇ। ਪਾਕਿਸਤਾਨ ਦੇ ਵਿੱਚ ਅਗਰ ਲੋਕ ਕਹਿਣ ਡਏ ਨੇ ਕਿ ਸਾਡਾ ਕੋਈ ਇਮਰਾਨ ਖਾਨ ਕਹੇ ਜਾਂ ਕੋਈ ਵੀ, मैंने पाकिस्तान को बदल देना है, ਤੇ ਮੈਂ ਕਹਿੰਦਾ ਪਾਕਿਸਤਾਨ ਨੂੰ ਤੂੰ ਆਪਣੇ ਆਪ ਨੂੰ ਬਦਲ ਕੇ ਵੇਖ। ਚੂਨ ਲਾਈ ਨੇ ਚਾਈਨਾ ਬਦਲਿਆ ਸੀ ਤੇ ਉਹ ਜਾਤੀ ਉਮਰਾਂ 'ਚ ਜਾਂ 350 ਕਨਾਲ 'ਚ ਇਮਰਾਨ ਖਾਨ ਰਹਿੰਦਾ, ਜਾਂ ਉਹ ਜ਼ਰਦਾਰੀ ਦੇ 15 ਕਰੋੜ ਕਿੱਲਿਆਂ 'ਚ ਮਕਾਨ ਨੇ। ਉਹ ਕਿਸ ਤਰ੍ਹਾਂ ਪਾਕਿਸਤਾਨ ਬਦਲਣਗੇ? ਉਹ ਤੁਸੀਂ ਆਪ ਬਦਲੋ, ਲੋਕੀ ਤੁਹਾਨੂੰ ਵੇਖ ਕੇ ਬਦਲਣਗੇ। ਮੇਰੇ ਜਿਹਾ ਗਰੀਬ ਆਦਮੀ ਨੂੰ ਇੱਥੇ ਹੁਣ ਸੰਗੇ ਮਰਮਰ ਦੇ ਥਾਂ ਬਿਠਾਇਆ ਜਾਂ 2 ਕਿੱਲਿਆਂ ਦੇ ਕੋਠੇ 'ਚ, ਇਹਨਾਂ ਨੂੰ ਕੀ ਦਿਸਿਆ ਮੇਰੇ 'ਚ? ਮੈਂ ਇਹਨਾਂ ਨੂੰ ਕਹਿੰਦਾ ਚੋਣ ਲਾਈ ਅਰਬਪਤੀ ਆਦਮੀ ਸੀ, ਉਹ ਨੰਗਾ ਹੋ ਕੇ ਮੈਦਾਨ 'ਚ ਆਖੇ ਵੀ ਮੈਂ ਵੀ ਹੁਣ ਤੁਹਾਡੇ ਵਰਗਾ ਤੇ ਮੈਂ ਤੁਹਾਨੂੰ ਵੀ ਸਿੱਧਾ ਕਰਨਾ, ਤੇ 5 ਸਾਲ ਲੱਗੇ ਸਾਂ। ਅਸੀਂ 100 ਸਾਲ ਲੱਗੇ ਰਹੀਏ, ਸਾਡਾ ਇੱਟ ਕੁੱਤੇ ਦਾ ਵੈਰ ਆ ਅਕਲ ਨਾਲ। ਅਸੀਂ ਨਹੀਂ ਬਦਲ ਸਕਦੇ ਕੁਛ ਵੀ। ਕਿਸ ਤਰ੍ਹਾਂ ਬਦਲ ਜਾਣਗੇ? ਅਮੀਰ ਆਦਮੀ ਗਰੀਬ ਦੀ ਜ਼ਿੰਦਗੀ ਕਦੀ ਬਦਲ ਸਕਿਆ? ਇਹ ਮੈਨੂੰ ਤੁਸੀਂ ਪੁੱਛਿਆ ਖਰੇ ਕੀ ਹੈ ਤੇ ਤੂੰ ਕੀ ਸਮਝਿਆ? ਮੈਨੂੰ ਫੇਰ ਸਵਾਲ ਕਰਦੇ ਹੋ, ਹੁਣ ਮੈਂ ਖਰੇ ਕਿੱਧਰ ਚਲਾ ਗਿਆ। ਮੈਂ ਅਗਲਾ ਸਵਾਲ ਤੁਹਾਨੂੰ ਕਰਦਾ ਕਿ ਤੁਹਾਨੂੰ ਲੱਗਦਾ ਹੈ ਕਿ ਮੁੱਦੇ ਇੱਕੋ ਜਿਹੇ ਨੇ, ਦੋਵਾਂ ਮੁਲਕਾਂ ਦੇ ਮੁੱਦੇ, ਉਸ ਪੰਜਾਬ ਦੇ ਵੀ ਇਸ ਪੰਜਾਬ ਦੇ ਵੀ? ਕਿਸਾਨ ਦਾ ਹਾਲ ਉੱਥੇ ਵੀ ਉਹੋ ਜਿਹਾ, ਇੱਥੇ ਵੀ ਉਹੋ ਜਿਹਾ। ਪੰਜਾਬੀ ਭਾਸ਼ਾ ਵਾਸਤੇ ਉੱਥੇ ਵੀ ਲੜ ਰਹੇ ਆ, ਇੱਥੇ ਵੀ ਅਸੀਂ ਲੜ ਰਹੇ ਹੈਗੇ ਆ। ਮੁੱਦੇ ਇੱਕੋ ਜਿਹੇ ਨੇ? ਨਹੀਂ, ਮੁੱਦੇ ਇੱਕੋ ਜਿਹੇ ਨਹੀਂ, ਸਭ ਕੁਝ ਹੀ ਇੱਕੋ ਜਿਹਾ। ਅਸੀਂ ਗੱਡੀ ਓਵਰਟੇਕ ਕਰਨੀ ਆ ਤੇ ਸੱਜੇ ਹੱਥ ਥਾਣੀ ਨਹੀਂ ਕਰਨੀ, ਖੱਬੇ ਥਾਣੀ ਕਰ ਲੈਂਦੇ ਆ। ਅਸੀਂ ਲਾਲ ਬੱਤੀ ਕ੍ਰਾਸ ਕਰਦੇ, ਉਹ ਵੀ ਕਰਦੇ, ਤੁਸੀਂ ਵੀ ਕਰਦੇ ਹੋ, ਠੀਕ ਹੈ। ਜੋ ਉੱਥੇ ਡੇ ਨੇ ਕਰਨ, ਰੋਟੀ ਛੱਡ ਕੇ ਦੇਸੀ ਆਪਣੀ ਚੌਲ ਛੱਡ ਕੇ ਪੀਜ਼ਾ 버ਗਰ ਬੰਦ ਖਾਣ ਡੇ, ਤੁਸੀਂ ਵੀ ਖਾਣ ਡੇ, ਅਸੀਂ ਵੀ ਖਾਣ ਡੇ ਆ। ਇਹ ਤੁਸੀਂ ਕਿਹੜੀ ਚੀਜ਼ ਹੈ ਜਿਹੜੀ ਬਦਲੀ ਹੈ? ਓਏ ਅਸੀਂ ਇੱਕੋ ਹੀ ਖੇਤ ਵਿੱਚ ਉੱਗੇ ਹੋਏ ਆ ਤੇ ਇੱਕੋ ਖੇਤ ਵਿੱਚ ਉੱਗੇ ਹੋਏ ਖਰਬੂਜ਼ੇ ਦਾ ਇਹ ਨਹੀਂ ਹੋ ਸਕਦਾ ਵੀ ਇੱਧਰ ਮਿੱਠੇ ਆਏ ਨੇ ਤੇ ਇੱਧਰ ਫਿੱਕੇ ਹੋ ਗਏ ਨੇ।
ਇੱਕੋ ਹੀ ਜ਼ਮੀਨ, ਇੱਕੋ ਹੀ ਪਾਣੀ ਦਿੱਤਾ, ਇੱਕੋ ਹੀ ਗੋਡੀ ਦਿੱਤੀ ਹੈ, ਵੱਖਰੇ ਵੱਖਰੇ ਕਿਸ ਤਰ੍ਹਾਂ ਨੇ? ਇਹ ਇੱਕੋ ਹੀ ਨੇ, ਹਰ ਦੂ ਲਾਹਨਤ ਹੈ। ਅੰਗਰੇਜ਼ੀ ਭਾਸ਼ਾ ਨਾਲ ਬਹੁਤ ਲੜਾਈ ਹੈ। ਜਿੰਨੇ ਪੰਜਾਬੀ ਦੇ ਲੰਬਰਦਾਰ ਨੇ ਕਹਿੰਦੇ ਆ ਵੀ ਸਕੂਲਾਂ 'ਚ ਹੁਣ ਅੰਗਰੇਜ਼ੀ ਬਹੁਤ ਪੜ੍ਹਾਈ ਜਾਂਦੀ ਹੈ। ਜਿੰਨੇ तमाम ਸਕੂਲ ਨੇ ਅੰਗਰੇਜ਼ੀ ਮੀਡੀਅਮ ਹੋ ਗਏ ਆ। ਛੋਟਾ ਸਮਝਣ ਲੱਗੇ ਲੋਕ ਜੇ ਕੋਈ ਪੰਜਾਬੀ ਭਾਸ਼ਾ 'ਚ ਪੜ੍ਹਦਾ ਹੈ, ਲਿਖਦਾ ਹੈ। ਜਿਵੇਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਹੈਗੀ ਹੈ, ਅੰਗਰੇਜ਼ੀ ਨਾਲ ਸਾਡਾ ਵੈਰ ਹੋਣਾ ਚਾਹੀਦਾ ਹੈ ਕਿ ਅਸੀਂ ਇਹ ਮੰਨੀਏ ਕਿ ਅੰਗਰੇਜ਼ੀ ਵੀ ਪੜ੍ਹੀਏ? ਦੋਸਤਾ, ਦੁਨੀਆ ਦੀ ਕਿਸੇ ਜ਼ੁਬਾਨ ਨਾਲ ਇਹ ਕਹਿਣਾ ਕਿ ਉਹਦੇ ਨਾਲ ਵੈਰ ਕਰੀਏ, ਓਏ ਆਪਣੀ ਮਾਂ ਨਾਲ ਪਿਆਰ ਕਰੋ, ਦੂਸਰੀ ਮਾਂ ਨੂੰ ਵਟਾ ਨਹੀਂ ਮਾਰੀਦਾ। ਤੁਹਾਨੂੰ ਕੌਣ ਆਂਦਾ ਅੰਗਰੇਜ਼ੀ ਨਾਲ ਵੈਰ ਕਰੋ? ਜ਼ਬਾਨਾਂ ਤੇ ਕਿਸੇ ਦੀ ਮਾਂ ਦੀ ਬੋਲੀ ਆ। ਜਿਸ ਤਰ੍ਹਾਂ ਤੁਹਾਨੂੰ ਪੰਜਾਬੀ ਪਿਆਰੀ ਹੈ, ਇਸ ਤਰ੍ਹਾਂ ਅੰਗਰੇਜ਼ ਨੂੰ ਆਪਣੀ ਬੋਲੀ ਪਿਆਰੀ ਆ। ਫਾਰਸੀ, ਅਰਬੀ, ਹਿੰਦੀ ਬੋਲਣ ਵਾਲੇ ਜਿਹੜੇ ਨੇ, ਜਿਨ੍ਹਾਂ ਨੂੰ ਸੰਸਕ੍ਰਿਤ ਜਿਨ੍ਹਾਂ ਦੀ ਮਾਂ ਆ, ਉਹਨਾਂ ਨੂੰ ਵੀ ਅੱਲਾ ਸਲਾਮਤ ਰੱਖੇ। ਦੁਆ ਕਰੋ ਕਿਸੇ ਦੀ ਬੋਲੀ ਨਾ ਮਰੇ। ਵੈਰ ਵਾਲੀ ਗੱਲ ਬਿਲਕੁਲ ਲਫ਼ਜ਼ ਵਿੱਚੋਂ ਕੱਟ ਦਿਓ। ਵੈਰ ਨਹੀਂ ਕਰਨਾ। ਅਸੀਂ ਇਹ ਆਨੇ ਆ, ਮੈਂ ਤੇ ਇਹ ਆਨਾ, ਬੋਲੀ ਫਾਰਸੀ, ਉਰਦੂ, ਪੰਜਾਬੀ, ਸੰਸਕ੍ਰਿਤ, ਪਸ਼ਤੋ ਸਭ ਚੰਗੀਆਂ ਨੇ, ਸਭ ਸਿਰ ਦਾ ਸਾਹਬ ਨੇ। ਪਰ ਆਪਣੀ ਮਾਂ, ਉਹ ਤੁਸੀਂ ਜਿਹੜਾ ਵੈਰ ਆਂਦੇ ਹੋ, ਪਤਾ ਕਿਉਂ ਆਂਦੇ ਹੋ? ਤੁਹਾਨੂੰ ਇਹ ਪਤਾ ਲੱਗਦਾ ਵੀ ਉੱਥੇ ਸਾਡੀ ਬੋਲੀ ਮਾਰ ਕੇ ਅੰਗਰੇਜ਼ੀ ਆਉਂਦੀ ਜਾਂਦੀ ਹੈ, ਸਾਡੀ ਬੋਲੀ ਮਾਰ ਕੇ ਅੰਗਰੇਜ਼ੀ ਆਉਂਦੀ ਜਾਂਦੀ ਹੈ, ਫਲਾਣ ਆਉਂਦੀ ਜਾਂਦੀ ਹੈ। ਉਹ ਕਸੂਰ ਤੁਹਾਡਾ ਹੈ। ਤੁਸੀਂ ਆਪਣੀ ਬੋਲੀ ਨੂੰ ਤਹਫਜ਼ ਦਿਓ। ਤੁਸੀਂ ਆਪਣੀ ਬੋਲੀ ਨੂੰ ਬਿਸਤਰੇ ਤੇ ਸੁਆਓ। ਕਿਸੇ ਦੀ ਬੋਲੀ ਦੇ ਉੱਤੇ ਸੂਲਾ ਨਾ ਪਾਓ, ਉਹਦੇ ਤੇ ਚਿੱਕੜ ਨਾ ਪਾਓ। ਉਹਨੂੰ ਅੰਗਰੇਜ਼ੀ ਨੂੰ ਪੜ੍ਹੋ, ਪੜ੍ਹਨਾ ਚਾਹੀਦਾ। ਦੁਨੀਆ ਦੀਆਂ ਜਿੰਨੀਆਂ ਬੋਲੀਆਂ ਤੁਹਾਨੂੰ ਆਉਂਦੀਆਂ ਨੇ, ਤੁਹਾਡੀ ਕੁਆਲੀਫਿਕੇਸ਼ਨ ਹੈ। ਲੇਕਿਨ ਇਹਨਾਂ ਨੇ ਕੈਨੇਡਾ ਜਾਣਾ, ਇਹਨਾਂ ਨੇ ਕੈਨੇਡਾ ਜਾ ਕੇ ਰੋਟੀ ਲੈਣੀ ਆ। ਭੁੱਖ ਦੇ ਮਾਰੇ ਹੋਏ ਕੈਨੇਡਾ, ਅਜੇ ਬੱਚਾ ਜੰਮਦਾ ਨਹੀਂ, ਮਾਂ ਛਿਲੇ 'ਚ ਹੁੰਦੀ ਹੈ, ਪਾਸਪੋਰਟ ਬਣਾਉਣ ਗਏ ਹੁੰਦੇ ਨੇ ਕੈਨੇਡਾ, ਇੰਗਲੈਂਡ। ਮੈਂ ਕਿਉਂ ਨਹੀਂ ਗਿਆ 17 ਸਾਲ? ਮੈਨੂੰ ਮਾਂ ਵੀ ਪਿਆਰੀ ਹੈ, ਮੈਨੂੰ ਮਾਂ ਦੀ ਮਿੱਟੀ ਵੀ ਪਿਆਰੀ ਹੈ। ਮੈਂ ਇੱਥੇ 7 ਵਾਰ ਅੰਮ੍ਰਿਤਸਰ ਆਣ ਕੇ ਗੁਜਰਾਂਵਾਲੀ ਬਹਿ ਕੇ ਰੋਂਦਾ ਹੁੰਦਾ, ਕੱਚੀਆਂ ਕੰਧਾਂ ਨੂੰ ਜੱਫੀ ਪਾ ਕੇ ਰੋਣਾ। ਤੁਸੀਂ ਜਿੱਦਣ ਤੁਹਾਨੂੰ ਇਹ ਪਤਾ ਲੱਗ ਗਿਆ ਕਿ ਸਾਡੀ ਬੋਲੀ ਸਾਨੂੰ ਪਿਆਰੀ ਹੈ, ਤੇ ਫਿਰ ਤੁਹਾਨੂੰ ਕੋਈ ਬੋਲੀ, ਤੁਹਾਨੂੰ ਉਹਦੇ ਨਾਲ ਵੈਰ ਨਹੀਂ ਕਰਨਾ ਪਏਗਾ। ਤੇ ਨਾ ਤੁਹਾਡੀ ਬੋਲੀ ਤੁਹਾਨੂੰ ਚਪੇੜ ਮਾਰ ਕੇ ਆਂਦੀ ਹੈ ਵੀ ਮੈਨੂੰ ਬੋਲਿਆ ਕਰ। ਤੁਸੀਂ ਆਪ ਕਰਦੇ ਹੋ। ਵੈਸੇ ਇਹ ਮੈਂ ਦੱਸ ਦਿਆਂ, ਸੌਰੀ ਟੂ ਸੇ, ਕਿ ਇਹ ਹਸ਼ਰ ਜਿਹੜਾ ਤੁਸੀਂ ਕਰ ਰਹੇ ਹੋ, ਉਧਰ ਨਹੀਂ। ਕਸੂਰ ਸਾਡਾ ਹੈ। ਮੈਂ ਮਤਲਬ ਸਾਫ਼ ਤੌਰ ਤੇ ਕਸੂਰ ਸਾਡਾ 100%। ਉਧਰ ਵੀ ਹੈ ਉਰਦੂ ਬੋਲਦੇ। ਪਹਿਲੀ ਤੇ ਗੱਲ ਹੈ, ਮੈਨੂੰ ਇਹ ਨਹੀਂ ਸਮਝ ਪਰ ਅਸੀਂ ਮੰਨਦੇ ਨਹੀਂ ਹੈਗੇ। ਅਸੀਂ ਤਾਂ ਸਰਕਾਰਾਂ ਤੇ ਸਿੱਟ ਦਿੰਨੇ ਆ ਵੀ ਸਰਕਾਰਾਂ ਕਰਕੇ ਹੋ ਰਿਹਾ। ਅਸੀਂ ਨਹੀਂ ਮੰਨ ਰਹੇ ਵੀ ਕਸੂਰ ਸਾਡਾ ਹੈ। ਨੋ, ਮੈਂ ਅੰਗਰੇਜ਼ਾਂ ਦੇ ਮੁਲਕ 'ਚ ਰਹਿ ਕੇ ਆਇਆ। ਮੈਨੂੰ ਤੇ ਜਾਨ ਮੇਜਰ ਨੇ ਨਹੀਂ ਆਖਿਆ ਕਿ ਬਕਵਾਸ ਕਰਦਾ ਫਿਰਨਾ, ਤੂੰ ਆਬਸ਼ਾਰੇ ਕਰਦਾ ਫਿਰਨਾ ਪੰਜਾਬੀ 'ਚ। ਮੈਨੂੰ ਤੇ ਮਾਰਗਰੇਟ ਥੈਚਰ ਨੇ ਮੈਨੂੰ ਅੰਦਰ ਨਹੀਂ ਕੀਤਾ। ਜੇ ਮੈਂ ਇੰਗਲੈਂਡ 'ਚ ਬਹਿ ਕੇ ਅੰਗਰੇਜ਼ੀ ਨੂੰ ਨਾਂ ਨਹੀਂ ਲੈਂਦਾ ਉਹਦਾ, ਅਸੀਂ ਪੰਜਾਬੀ ਬੋਲਣਾ, ਪੰਜਾਬੀ ਕਰਨਾ, ਪੰਜਾਬੀ ਦੀਆਂ ਗੱਲਾਂ ਕਰਨ, ਵਿੱਚ ਗੋਰੇ ਵੀ ਬੈਠੇ ਹੁੰਦੇ ਨੇ, ਵਿੱਚ ਕਾਲੇ ਵੀ ਬੈਠੇ ਹੁੰਦੇ ਨੇ। ਉਹਨਾਂ ਅੱਜ ਤੱਕ ਨਹੀਂ ਕਦੀ ਆਖਿਆ ਕਿ ਤੂੰ ਸਾਡੇ ਮੁਲਕ 'ਚ ਰਹਿ ਕੇ ਤੇ ਤੂੰ ਆਪਣੀਆਂ ਬੋਲੀਆਂ ਪਿੱਛੋਂ ਲਿਆ ਤੇ ਇਹ ਕਰ। ਉਹਦੀ ਮੈਂ ਉਹਨਾਂ ਨਾਲ ਬੋਲਣਾ, ਰੋਟੀ ਖਾਣ ਲਈ ਬੋਲਣਾ, ਮਜਬੂਰੀ ਲਈ ਬੋਲਣਾ। ਮੇਰਾ ਜੀ ਕਰਦਾ ਉਹਨਾਂ ਨਾਲ ਵੀ ਆਪਣੀ ਪੰਜਾਬੀ ਬੋਲਾਂ ਨਾ। ਸਰਕਾਰਾਂ ਤੇ ਚੜਾ ਦਿਓ। ਤੁਸੀਂ ਲੱਤੋਂ ਲੰਗੀ ਤੇ ਅੰਮ੍ਰਿਤਸਰ ਦਾ ਦਾਈਆ ਤਾਂ ਕਸੂਰ ਤੁਹਾਡਾ ਹੈ। ਤੇ ਉਹ ਜੀ ਸਾਨੂੰ ਸਰਕਾਰਾਂ ਆਉਂਦੀਆਂ ਨੇ ਜਿਹੜੀ ਬੋਲੇ। ਕੈਨੇਡਾ ਦੀ ਗੱਲ ਕਰੋ, ਰੋਟੀ ਦੀ, ਉਸ ਮੁਲਕ ਦੇ ਵਿੱਚ ਉਸ ਮੁਲਕ 'ਚ ਹੈਗੇ ਭੈੜੇ ਨੇ, ਉਹ ਵੀ ਇੱਕੋ ਜਿਹੇ ਹੀ ਨੇ। ਜਿਹੜਾ ਇੱਥੇ ਭੈੜਾ, ਲਾਹੌਰ ਵੀ ਭੈੜਾ, ਕੰਧ ਵਿੱਚ ਵੱਜ ਗਈ ਹੈ ਤੇ ਉਹ ਬੜੇ ਫਰਿਸ਼ਤੇ ਹੋ ਗਏ। ਨਹੀਂ, ਇੱਕੋ ਜਿਹੇ ਅਸੀਂ ਇੱਕੋ ਜਿਹੇ। ਅਸੀਂ ਚੋਰ, ਚੱਕੇ, ਝੂਠੇ, ਫਰਾਡੀਏ, ਭੁੱਖੇ। ਉਹ ਇਹ ਨਹੀਂ ਕਰਦੇ ਵੀ ਇਸ ਹਿਸਾਬ ਨਾਲ ਲੱਗੇ ਹੋਣ ਵੀ ਪੰਜਾਬੀ ਦਾ ਬੇੜਾ ਗਰਕ ਕਰ ਦਿਓ। ਪਹਿਲਾਂ ਤੇ ਤੁਸੀਂ ਇਹ ਦੱਸੋ ਵੀ ਸੰਸਕ੍ਰਿਤ ਨੂੰ ਵੱਖਰਾ ਰੱਖੋ, ਹਿੰਦੀ ਨੂੰ ਵੱਖਰਾ ਰੱਖੋ, ਪੰਜਾਬੀ ਨੂੰ ਵੱਖਰਾ ਰੱਖੋ, ਅੰਗਰੇਜ਼ੀ ਨੂੰ ਵੱਖਰਾ ਰੱਖੋ। ਮੈਨੂੰ ਅੰਗਰੇਜ਼ੀ ਵੀ ਆਉਂਦੀ ਹੈ। ਹਿੰਦੀ ਔਰ ਸੰਸਕ੍ਰਿਤ ਦੇ 50% ਲਫ਼ਜ਼ ਜਿਹੜੇ ਨੇ ਉਹ ਪੰਜਾਬੀ 'ਚ ਨੇ। ਤੁਹਾਨੂੰ ਸ਼ਾਇਦ ਇਹ ਨਹੀਂ ਪਤਾ। ਮੈਂ ਡਿਕਸ਼ਨਰੀਆਂ ਕੱਢ ਕੇ ਵੇਖਿਆ। ਅਸੀਂ ਹਿੰਦੀ ਬੋਲ ਰਹੇ, ਹਿੰਦੀ ਹੁੰਦੀ ਹੈ ਤੇ ਲੇਕਿਨ ਉਹ ਪੰਜਾਬੀ ਹੋ ਗਈ ਆ। ਇਸ ਵਾਸਤੇ ਤੁਸੀਂ ਇਹ ਨਾ ਕਹੋ ਕਿ ਸਾਨੂੰ ਸਰਕਾਰਾਂ ਨੇ ਇਸ ਕੰਮ ਤੇ ਲਾਇਆ। ਇਸ ਮੁਲਕ 'ਚ ਇੱਕ ਚੀਜ਼ ਹੋਰ ਵੇਖੀਏ, ਸੌਰੀ ਟੂ ਸੇ, ਇਹਨਾਂ ਵਿਚਾਰਿਆਂ 'ਚ ਇਨਫੀਰੀਅਰਿਟੀ, ਅਹਿਸਾਸੇ ਕਮਤਰੀ, ਇਹਨੂੰ ਪਤਾ ਨਹੀਂ ਪੰਜਾਬੀ 'ਚ ਹੀਨਤਾ ਆਂਦੇ ਨੇ ਕਿ ਕੀ, ਮੈਨੂੰ ਨਹੀਂ ਪਤਾ। ਸਭ ਤੋਂ ਬਹੁਤੀ ਤੁਹਾਡੇ ਇਸ ਪੰਜਾਬ 'ਚ ਮੈਂ ਵੇਖੀ ਹੈ। ਉਹ ਬੋਲਦੇ ਨੇ, ਪਰਵਾਹ ਨਹੀਂ ਕਰਦੇ। ਉਹ ਨਹੀਂ ਕਰਦੇ ਵੀ ਸਾਨੂੰ ਕੋਈ ਇਹ ਕਹਿ ਰਿਹਾ। ਉਹ ਪੰਜਾਬੀ ਆਂਦੇ ਨੇ ਸਾਡਾ ਮਾਣ ਆ। ਇਹ ਲੋਕ ਕੇ ਪੰਜਾਬੀ ਬੋਲਦੇ ਨੇ, ਡਰ ਕੇ ਬੋਲਦੇ ਨੇ ਜੀ। ਤੇ ਇਹ ਵੀ ਮੈਂ ਸੁਣਿਆ, ਇੱਥੋਂ ਤੱਕ ਸੁਣਿਆ
ਕਿ ਹੁਣ ਸਰਦਾਰੀਆਂ ਆਪਣੇ ਨਾਲ ਕੋਰ ਹਟਾਈ ਜਾਂਦੀਆਂ ਨੇ, ਸਿੱਖ ਸਿੰਘ ਹਟਾਈ ਜਾਂਦੇ ਨੇ। ਰਾਤੀ ਇੱਕ ਬੰਦਾ ਕਹਿ ਰਿਹਾ ਸੀ ਯਾਰ ਸਾਡੇ ਵੱਡਿਆਂ ਵਡੇਰਿਆਂ ਦਾ, ਸਾਡੇ ਬਜ਼ੁਰਗਾਂ ਦੇ, ਮੈਂ ਹੁਣ ਮੁਹੰਮਦ ਅਮੀਨ ਦੀ ਬਜਾਏ ਮੁਹੰਮਦ ਕੱਟ ਕੇ ਰੱਖਾਂ। ਮੈਂ ਰਾਤ ਤੁਹਾਡੇ ਇੱਕ ਬੰਦੇ ਨੇ ਮੈਨੂੰ ਦੱਸਿਆ ਕਿ ਸਰਦਾਰ ਨੇ ਵੀ ਇੱਥੇ ਇਹ ਵੀ ਹੋਣ ਲੱਗ ਪਿਆ, ਲੁਕਣ ਲੱਗ ਪਏ ਹੋ, ਲੁਕਾਉਣ ਲੱਗ ਪਏ ਹੋ, ਆਪਣੀ ਮਾਂ ਦੇ ਮਾਣ ਨੂੰ ਢੱਕ ਕੇ ਰੱਖਣ ਲੱਗ ਪਏ ਹੋ, ਆਪਣੀ ਬੁੱਕਲ 'ਚ ਦੇ ਕੇ ਸ਼ਰਮਾਈ ਜਾਂਦੇ ਹੋ। ਇੱਥੇ ਇਹਨਾਂ ਨੇ ਕਹੋ ਹਟ ਜਾਓ, ਉਹ ਤੁਸੀਂ ਸ਼ੇਰ ਹੋ, ਉਹ ਤੁਹਾਡੀ ਬੋਲੀ ਬੜੀ ਮਾਣ ਵਾਲੀ ਆ, ਔਰ ਤੁਸੀਂ ਇਸ ਬੋਲੀ ਤੇ ਮਾਣ ਕਰੋ। ਲਿਆਓ ਸਾਡੇ ਮੁਕਾਬਲੇ ਤੇ ਵਾਰਿਸ ਸ਼ਾਹ ਲਿਆਓ, ਅੰਗਰੇਜ਼ਾਂ ਨੂੰ ਕਹੋ ਕੱਢੋ, ਕਿ ਲਿਆ ਫਾਰਸੀ ਪਸ਼ਤੋ ਨੂੰ ਕਹੋ, ਫਾਰਸੀ ਨੂੰ ਕਹੋ, ਲਿਆਓ ਵਾਰਿਸ ਸ਼ਾਹ ਆਪਣਾ। ਉਧਰ ਦਾ ਜਿਹੜੇ ਨੇ ਉਹ ਵੀ ਕਹਿ ਸਕਦੇ ਨੇ ਕਿ ਸਾਡੀ ਫਾਰਸੀ ਦੇ ਮੁਤਾਬਲੇ ਕੱਢੋ। ਤੇ ਮੇਰਾ ਆਰਟੀਕਲ ਥੋੜਾ ਜਿਹਾ ਚਿਰ ਹੋਇਆ ਪਹਿਲਾਂ, ਫਿਰ ਛਪ ਨਹੀਂ, ਅਜੇ ਨਹੀਂ ਛਪਿਆ, ਉਹ ਮੈਂ ਲਿਖ ਰਿਹਾ। ਪਿਛਲੇ ਅਪ੍ਰੈਲ ਮਾਰਚ ਦੇ ਵਿੱਚ ਇੱਕ ਵੱਡੀ ਖਬਰ ਟੀਵੀ 'ਚ ਲੱਗੀ। ਇਹ ਸੁਣ ਕੇ ਸਾਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਅੱਜ ਅਸੈਂਬਲੀ ਦੇ ਵਿੱਚ ਕਾਨੂੰਨ ਪਾਸ ਹੋ ਗਿਆ ਈਰਾਨ ਵਿੱਚ ਕਿ ਪ੍ਰਾਇਮਰੀ ਵਿੱਚ ਕੋਈ ਅੰਗਰੇਜ਼ੀ ਨਹੀਂ ਪੜਾਏਗਾ। ਸ਼ਾਇਦ ਤੁਹਾਨੂੰ ਇਸ ਗੱਲ ਦਾ ਨਹੀਂ ਪਤਾ। ਮੈਂ ਲਿਖਿਆ ਔਰ ਡੇਟ ਲਿਖੀ ਹੈ, ਚੈਨਲ ਨੰਬਰ ਲਿਖੀ ਹੈ ਵੀ ਇਸ ਤਰੀਕ ਨੂੰ ਇਹ ਫਾਰਸੀ ਉਹਨਾਂ ਨੇ ਕਾਨੂੰਨ ਪਾਸ ਕਰਤਾ ਹੈ ਕਿ ਪ੍ਰਾਇਮਰੀ ਵਿੱਚ, ਔਰ ਉਹਨਾਂ ਨੇ ਵਜ੍ਹਾ ਵੀ ਦੱਸੀ ਹੈ ਕਿ ਜਦੋਂ ਤੁਸੀਂ ਅੰਗਰੇਜ਼ੀ ਪੜਾਓਗੇ ਤੇ ਤੁਸੀਂ ਆਪਣਾ ਕਲਚਰ ਤੁਹਾਡੇ ਬੱਚੇ ਭੁੱਲ ਜਾਣਗੇ। ਜਦੋਂ ਤੁਸੀਂ ਇਹ ਪੜਾਓਗੇ ਤੇ ਉਹਨਾਂ ਨੂੰ ਪਤਾ ਲੱਗੇਗਾ ਸਾਡਾ ਮਾਂ ਪਿਓ ਹਰੇਂਜੀ ਬੋਲਦਾ ਸੀ। ਹੁਣ ਈਰਾਨ ਦੇ ਵਿੱਚ ਕੋਈ ਸਕੂਲ ਅੰਗਰੇਜ਼ੀ ਨਹੀਂ ਪੜ੍ਹਾ, ਸਕੂਲਾਂ ਨੂੰ ਕਹਿਤਾ, ਆਰਡਰ ਦੇ ਦਿੱਤਾ, ਹੁਣ ਨਹੀਂ ਉੱਥੇ ਪ੍ਰਾਇਮਰੀ ਬੰਦ ਹੋ ਗਿਆ ਸਭ ਕੁਝ। ਤੇ ਸਾਨੂੰ ਤੇ ਮਾਰਿਆ ਮੁਸੀਬਤ ਨੇ। ਖਾਸ ਕਰ ਮੈਂ ਇੱਥੇ ਆਣ ਕੇ ਵੇਖਿਆ, ਇੱਥੇ ਬਹੁਤਾ ਇੱਥੇ ਐਵੇਂ ਸਰਦਾਰ ਵੀ ਪੱਗ ਵੀ बने, सब कुछ बने बजाओ, ये क्या भाव है, कितने गज कपड़ा है, हाँ 5 गज दे देंगे, ये क्या करते ਉੱਥੇ ਜਿੰਨੇ ਕੁ ਹੈਗੇ ਨੇ ਥੋੜੇ ਨੇ, ਲੇਕਿਨ ਜਿੰਨੇ ਕੁ ਹੈਗੇ ਨੇ ਇੱਕ ਤੇ ਪੰਜਾਬੀ ਬੜੀ ਸੋਹਣੀ ਬੋਲਦੇ ਨੇ ਲਾਹੌਰ ਜਿਹੜੇ ਨੇ ਜਾਂ ਉੱਥੇ ਪੰਜਾਬ 'ਚ, ਲੇਕਿਨ ਇੱਥੇ ਜੇ ਬੋਲਦੇ ਵੀ ਹੋ ਨਾ ਤੇ ਮੈਨੂੰ ਤੇ ਸਮਝ ਨਹੀਂ ਜੇ ਹੁੰਦੀ। ਇਹਨਾਂ ਨੂੰ ਅੱਜ ਮੈਂ ਪੁੱਛਣ ਡਿਆ ਹਾਂ ਕਿ ਉਹ ਕੀ ਹੈ ਵਰਦਾਨ, ਆ ਕੀ ਹੁੰਦਾ ਵਰਦਾਨ। ਇੱਕ ਨੂੰ ਮੈਂ ਪੁੱਛਿਆ ਹੋਗਾ ਜੀ ਉੱਥੇ ਵਿਮੋਚਨ ਹੋਣਾ ਹੈ, ਉਹ ਮੈਂ ਕਿਹਾ ਵਿਮੋਚਨ ਕੀ, ਆੜੀ ਘੁੰਡ ਚਕਾਈ ਆ, ਮੁੱਖ ਵਿਖਾਈ ਆ, ਰੂਹ ਨਮਾਈ ਆ, ਇਹਨੂੰ ਵਿਮੋਚਨ ਆਂਦੇ। ਮੈਨੂੰ ਤੇ ਮੇਰੀ ਤੇ ਜ਼ਬਾਨ ਨੂੰ ਕੜਾ ਲੱਗਾ। ਹਿੰਦੀ ਦਾ ਸ਼ਬਦ ਹੈ ਉਹ, ਹਿੰਦੀ ਹੌਲੀ ਹੌਲੀ ਹਿੰਦੀ ਦੇ ਸ਼ਬਦ ਪੰਜਾਬੀ ਚ ਆਉਂਦੇ ਜਾ ਰਹੇ ਹੈ। ਆਖਰੀ ਸਵਾਲ ਹੈਗਾ, ਇਹੀ ਮੇਰਾ ਸਵਾਲ ਸੀਗਾ। ਮੈਂ ਪਹਿਲਾਂ ਵੀ ਗੱਲ ਕੀਤੀ, ਚਾਹੇ ਅੱਜ KFC ਤੇ ਪੀਜ਼ਾ ਹਟ ਇੱਥੇ ਖੁੱਲ ਗਏ ਨੇ, ਬਾਹਰਲੇ ਦੇਸ਼ਾਂ ਤੋਂ ਆਏ ਨੇ, ਜਦੋਂ ਅਸੀਂ ਉੱਥੇ ਆਰਡਰ ਕਰਨ ਜਾਂਦੇ ਆ ਤਾਂ ਸਾਨੂੰ ਪੰਜਾਬੀ ਚ ਬੋਲਣ ਤੇ ਵੀ ਸ਼ਰਮ ਆਉਂਦੀ ਹੈ, ਪ੍ਰੈਫਰ ਕਰਦੇ ਆ। ਜਿਵੇਂ ਹੁਣ ਮੈਂ ਵੀ ਸ਼ਬਦ ਬੋਲਿਆ ਪ੍ਰੈਫਰ, ਮੈਨੂੰ ਵੀ ਨਹੀਂ ਪਤਾ ਇਹਨੂੰ ਪੰਜਾਬੀ ਚ ਕਿਵੇਂ ਕਹਾਂ, ਕਿ ਕਿਹਾ ਜਾਂਦਾ ਹੈ ਕਿ ਅਗਰ ਇਹ ਪ੍ਰੈਫਰ ਕਰਨੇ ਆ ਨਾ, ਅਗਰ ਕਿਸੇ ਗੱਲ ਨੂੰ ਇਸੇ ਐਕਸਪਲੇਨ ਕਰਨ ਲੱਗੇ ਈਜ਼ੀਲੀ ਅਗਰ ਇਹ ਗੱਲ ਕਰ ਸਕਦੇ ਆ ਤੇ ਇਹ ਜ਼ਹਿਰ ਨਹੀਂ, ਇਹ ਸਾਡੀ ਜ਼ੁਬਾਨ ਤੇ ਲੜ ਨਹੀਂ ਗਿਆ ਪ੍ਰੈਫਰ। ਮੈਂ ਵੀ ਬੋਲਾਂਗਾ, ਮੇਰੇ ਵਿੱਚ ਵੀ ਕਈ ਆਉਣੀਆਂ ਨੇ, ਇਨਫੀਰੀਅਰਿਟੀ ਹੁਣੇ ਬੋਲਿਆ ਮੈਂ। ਜਦੋਂ ਕੋਈ ਗੱਲ ਸਮਝਾਉਣ ਵਾਸਤੇ ਅਗਰ 5-7 ਸ਼ਬਦ ਵੀ ਬੋਲਣੇ ਬੈਣ, ਇਹ ਨਹੀਂ ਐਬ, ਇਹਨੂੰ ਨਾ ਇਸ ਹੱਦ ਤੱਕ ਨਾ ਇਹਦੇ ਤੋਂ ਨਫ਼ਰਤ ਕਰੋ। ਲੇਕਿਨ ਮੈਂ ਕਹਿੰਦਾ ਵੀ ਇਹ ਵੀ ਤੇ ਗੱਲ ਕੋਈ ਨਹੀਂ ਨਾ ਕਿ ਇੰਟਰਵਿਊ ਦੇਣ ਡਿਆ, ਹੁਣ ਮੈਂ ਉਹਦਾ ਨਾਂ ਨਹੀਂ ਲੈਂਦਾ, ਬੜਾ ਵੱਡਾ ਤੁਹਾਡਾ ਵਿਦਵਾਨ ਆ, ਉਹਦੇ ਚ 90% ਅੰਗਰੇਜ਼ੀ। ਹਾਂਜੀ, ਮਸਲਨ ਮਾਹੌਲ ਆ, ਵਾਤਾਵਰਨ ਆ, ਉਹਨੂੰ ਆਂਦਾ ਅੱਜ ਕੱਲ ਦੇ ਐਟਮੋਸਫੀਅਰ ਦੇ ਵਿੱਚ ਇਸ ਤਰ੍ਹਾਂ ਹੋ ਰਿਹਾ ਹੈ, ਕੀ ਤਕਲੀਫ ਹੈ ਤੈਨੂੰ? ਬੜਾ ਵੱਡਾ ਪੰਜਾਬ ਬੜਿਆ, ਲੋਕਾਂ ਨੂੰ ਇਨਾਮ ਵੀ ਦਿੰਦਾ ਰਿਹਾ ਉਹ ਬੜੇ ਦਿੱਲੀਓਂ। ਮੈਂ ਇਹ ਕਹਿੰਦਾ ਕਿ ਬੋਲੋ, ਲਫ਼ਜ਼ ਵੀ ਬੋਲੋ, ਕਿਸੇ ਨਾਲ ਵੈਰ ਨਾ ਕਰੋ। ਅਗਰ ਲਫ਼ਜ਼ ਬੋਲਿਆ ਜਾਏ ਤੇ ਕਿਹੜਾ ਹਰਜ ਹੈ, ਹਿੰਦੀ ਬੋਲਿਆ ਜਾਏ, ਸੰਸਕ੍ਰਿਤ ਵੀ ਬੋਲਿਆ ਜਾਏ ਤੇ ਕੋਈ ਹਰਜ ਨਹੀਂ। ਤੁਸੀਂ ਆਪਣੀ ਬੋਲੀ ਸੰਭਾਲੋ। ਤੇ ਇਹਨੂੰ ਸਿਰਫ ਇੰਨਾ ਮੈਂ ਕਹਿਣਾ ਚਾਹੁੰਦਾ, ਲੋਕੋ ਉਹ ਇਹ ਬੁਰੀ ਨਹੀਂ, ਉਹ ਇਹ ਸਾਡੀਆਂ ਵਲੀਆਂ ਦੀਆਂ, ਉਹ ਪੈਗੰਬਰਾਂ ਦੀਆਂ, ਇਹ ਸਾਡੇ ਬਜ਼ੁਰਗਾਂ ਦੀਆਂ, ਇਹ ਸਾਡੇ ਧਰਮ ਦੇ ਧਰਮਾਤਮਾ ਜਿਹੜੇ ਸਨ ਉਹਨਾਂ ਦੀਆਂ ਬੋਲੀਆਂ ਨੇ, ਉਹ ਵਾਰਸਾਂ ਦੀਆਂ ਬੋਲੀਆਂ ਨੇ। ਇਹਦੇ ਤੋਂ ਸ਼ਰਮਾਉਂਦੇ ਹੋ, ਇਹ ਆਪਣੀ ਮਾਂ ਲਕਾਉਂਦੇ ਫਿਰਦੇ ਹੋ, ਉਹ ਤੁਹਾਡੀ ਮਾਂ ਦੀਆਂ ਲੀਰਾਂ ਲੱਸੀਆਂ ਨੇ ਜਿਹੜੀਆਂ ਤੁਸੀਂ ਲਿਖਾਉਂਦੇ ਫਿਰਦੇ ਹੋ। ਉਹ ਸਾਡੇ ਤੇ ਮਿਹਣ ਹੈ, ਇਹ ਤਨ ਹੈ, ਅਸੀਂ ਕੋਈ ਐਪ ਕਰਨਾ ਹੈ ਆਪਣੀ ਮਾਂ ਦੀ ਬੋਲੀ ਬੋਲ ਕੇ? ਮੈਂ ਨਹੀਂ ਬੋਲਦਾ, ਲੱਖ ਦੀ ਲਾਨਤ ਮੇਰੇ ਤੇ, ਮੈਂ ਕਿਸੇ ਨਹੀਂ ਕੁਝ ਵੀ ਆਂਦਾ। ਮਲਿਕ ਸਾਹਿਬ, ਸਮਾਂ ਹੋਰ ਇਜਾਜ਼ਤ ਦਿੰਦਾ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਵਾਸਤੇ। ਉਮੀਦ ਕਰਦੇ ਹਾਂ ਕਿ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ, ਤੁਹਾਡੀਆਂ ਲਿਖਤਾਂ ਤੋਂ ਸ਼ਾਇਦ ਉਹ ਸਿੱਖ ਕੇ ਪੰਜਾਬੀ ਜਿਹੜੀ ਹੈ ਉਹਨੂੰ ਵਧਾਉਣਗੇ ਵੀ, ਔਰ ਉਹ ਪੰਜਾਬੀ ਬੋਲਣਗੇ। ਮੇਰੀਆਂ
ਲਿਖਤਾਂ ਤੇ ਮੈਂ ਬੜਾ ਕੁਛ ਕੀਤਾ ਹੈ। ਉਹ एक बंदा हुंदा सी, आंदा हुंदा सी, जितना मैं आज तक तुम लोगों से कर चुका हूं, अगर यही बातें मैं पत्थरों से करता तो वो कलमा पढ़ना शुरू कर दे। अफसोस कि मैं इंसानों से बातें कर रहा हूं। मेरियां ते लिखतां पढ़ियां ने बड़ियां ने, लेकिन हाल यह आ कि मैं नहीं हुण दसदा नहीं कि मैं तुहाडे किसी बच्चियां नूं पुछया ते बच्चियां नूं ये नहीं जिहड़ी प्राइमरी च या दूसरी या 7वीं पास MA PhD नूं पुछया सारे इकट्ठे कीते। मैं कहा भी यार हुण मेरियां ते गल्लां सुन ली, वो मैनू ही कही जांदे ने, अच्छा तू इत्थे कहा किस तरह गोता, तू उत्थे कहा गया, उत्थे गया, फिर तेरी ओनी दरिया पार किस तरह कीता, तू रोटी मंग के खांदे। मेरी जिहड़ी बेइज्जती समझदे ने वो सुन लई। मैं कहा यार मैनू भी कोई इजाजत दिओ। ते मैं कहा यार मेरे लेखां दी छतूती भावें लग्या मखीर है, पर मैनू सदा मट्टी आग दी ही चूपनी पई। ये की आंदा साडा शिव कुमार? नो जी वेंदे ने हुण मेरे मूंह वाल। अच्छा ते हुण मैनू उन्हां दा जी करदा, टू बी वैरी क्लीयर, वो मैनू माफ कर देण, उन्हां दा जी करदा भी हुण छड्ड दे। जदों आई है ना वारी अपने ते नहीं, एक बच्ची उठी बेचारी, आंदे मैनू फिर पढ़, मैं कहती एक ना फिर पढ़, आंदे भी जो गन्ना हुंदा ते गन्ने दे उत्ते पत्ते लगे हुंदे ने। हाँ जी, वो गन्ना उत्ते कच्चा हुंदा, चिट्टी हुंदी है। मैं कहा बह जा मेरा बेटा, बह जा, मैनू सारी समझ आ गई, पत्ते लगे ने, ये भी नहीं शुक्र कर, तू ये नहीं किया उत्ते अंब लगे ने। लिहाजा अगर इस तो बाद मैं ये कहां कि मैं दुखिंदी अखियां नूं कुंज है छुआई, या वो आंदा भी कौन तेरे दर ते खड़ा रहे रोज ते कौन मंगे कुंज मेल दी। रोज दा शेर है कि अज पौना दे विच नशा जिहा एक छींबे सप दे डंग वर्गा। ते अजे कल मैनू पुछण डया सा ते बड़े बड़े जने कि जी छींबे सप की ने। ते मैं किते वो मेरी मां ने मैनू किसी ऐसे कॉलेज च नहीं पढ़ाया जिथे पंजाबी बोले। मैं सारी उम्र उर्दू अंग्रेजी बोली है, लेकिन प्यार है इस मां बोली ना। सारी किताब लै शिव कुमार दी, मैनू बगैर पुछो एक लफ्ज भी अगर कोई मैनू कह दे भी तेनू नहीं आउंदा ते मैनू फड़ लो, क्यों मैनू मुहब्बत है। और मैं सॉरी टू से एक गल कह चलिया, शिव कुमार तू किन्ना ली टक्करां मारदा रहा, ये हीरे तू किन्ना नू घड़ घड़ देंदा रहा। उन्हां ते पता ही नहीं कि ये मणके ने मझ दे गल पाउण वाले के हीरे ने, इन्हां ते पता ही नहीं किन्ना नू दे गए सब कुछ। मोहन सिंह दा अगर मैं पूछा, नज़म थे एक, मैं उन्होंने पूछा बच्चिओ वो लिखदा बोड़े लोटे ठिब्बी जुत्ती काने कौडे ये की ने। ते PhD तो उत्ते पंजाबी ते ना, PhD तो उत्ते तालीम नहीं ना कोई, ते जे PhD नूं ते मास्टर कीते नूं ये नहीं आउंदा ते फिर शिव कुमार बेचारे ते एवें रोने ही रोंदा रहा ना। एवें सुते पे मुंडे दा मूंह चुम्या ना उन्हें, अन्ने अगे रोना अखियां दा नास, वो तो बेचारा रोंदा रहा तुहाडे अगे, लेकिन ओदा आउंदा कुछ भी नहीं, किसी नहीं पता की आंदा। बहुत धन्यवाद सानू समा देण वास्ते। धन्यवाद दिओगे ना मैनू, सॉरी माफ कर छड़ियो, मैं ना सोच के गल्लां ਤੁਹਾਡੇ ਨਾਲ ਗੱਲਬਾਤ ਕਰਕੇ ਸਕੂਨ ਮਿਲਿਆ। ਅੱਜ ਪੰਜਾਬੀ ਮਾਂ ਬੋਲੀ ਬਾਰੇ ਬਹੁਤ ਕੁਝ ਸਿੱਖਣ ਨੂੰ ਮਿਲਿਆ। ਰਸੂਲ ਹਮਜ਼ਾ ਤੋਬ ਲਿਖਦੇ ਆ ਆਪਣੀ ਕਿਤਾਬ ਮੇਰਾ ਦਾਗਿਸਤਾਨ ਦੇ ਵਿੱਚ, ਜੇ ਕਿਸੇ ਨੂੰ ਮਿਹਣਾ ਮਾਰਨਾ ਹੋਵੇ ਤਾਂ ਉਹਨੂੰ ਇਹ ਕਹਿ ਦਿਓ ਕਿ ਜਾ ਤੈਨੂੰ ਤੇਰੀ ਮਾਂ ਬੋਲੀ ਭੁੱਲ ਜੇ। ਔਰ ਇਸ ਪੂਰੀ ਇੰਟਰਵਿਊ ਦੇ ਵਿੱਚ ਇਹ ਇੱਕ ਮਿਹਣਾ ਹੀ ਵੱਜਿਆ ਸਾਡੇ ਉੱਤੇ ਕਿ ਅਸੀਂ ਹੌਲੀ ਹੌਲੀ ਮਾਂ ਬੋਲੀ ਨੂੰ ਭੁੱਲਦੇ ਜਾ ਰਹੇ ਹਾਂ। ਕੈਮਰਾ ਪਰਸਨ ਰਾਜਵਿੰਦਰ ਟੋਨੀ ਦੇ ਨਾਲ ਸਿਮਰਨਜੋਤ ਸਿੰਘ, ਡੇਲੀ ਪੋਸਟ, ਲੁਧਿਆਣਾ। ਜੈਰਤ ਪੈਥ ਲੈਬ ਐਲਰਜੀ ਟੈਸਟਿੰਗ ਸੈਂਟਰ ਦੇਸ਼ ਭਰ ਤੇ UAE ਵਿੱਚ 400 ਤੋਂ ਵੱਧ ਐਲਰਜੀ ਟੈਸਟਿੰਗ ਸੈਂਟਰ। ਐਲਰਜੀ ਦੀ ਜਾਂਚ ਦਾ ਟੈਸਟ ਅੱਧੇ ਰੇਟਾਂ ਤੇ 20 ਤੇ 21 ਅਪ੍ਰੈਲ ਸਵੇਰੇ 9 ਵਜੇ ਤੋਂ 3 ਵਜੇ ਤੱਕ ਆਪਣਾ ਬਲੱਡ ਸੈਂਪਲ ਘਰੋਂ ਕਲੈਕਟ ਕਰਵਾਉਣ ਅਤੇ ਟੈਸਟ ਕਰਵਾਉਣ ਲਈ ਸੰਪਰਕ ਕਰੋ 94 656 080 41 94 656 080 42।